वाहिगुरु जी का खालसा वाहिगुरु जी की फतेह। गुरु प्यारे गुरु सवारी साध संगत जी, आप जी जुड़ चुके हो इस विशेष उपराले सदका जो गुरमत क्लासां चल रही हैं। सो ये जो 11:30 बजे वाली क्लास है, जिस विच आपां सतगुरां दी दया सदका भाई गुरदास जी की 11वीं वार की आरंभता की सी, जिसका टीका भाई मनी सिंह जी ने किया है, जिन्हों सिखां की भगतमाला कहा जाता है। ਉਹਦੇ बारे आपां विचार चर्चा जिहड़ी आ ਉਹ कर रहे हैं। ਤੇ ਆਪਾਂ ਹੁਣ तक साध संगत 22 पौड़ियां ਜਿਹੜੀਆਂ ਹਨ ਇਸ ਵਾਰ ਦੀਆਂ ਉਹ ਵਿਚਾਰ ਚੁੱਕੇ ਆ। ਤੇ ਅੱਜ ਆਪਾਂ ਇਸ ਵਾਰ ਦੀ 23ਵੀਂ ਪੌੜੀ ਜਿਹੜੀ ਹੈ ਉਹ ਵਿਚਾਰਨੀ ਹੈ। ਕੱਲ ਭਾਈ ਸ਼ਿਵਤਾਰ ਸਿੰਘ ਜੀ ਹੁਣਾਂ ਨਾਲ ਆਪ ਜੀ ਨੇ ਵਿਚਾਰ ਉਹਨਾਂ ਦੀ ਸੁਣੀ ਹੈ। ਉਹਨਾਂ ਨੇ 23ਵੀਂ ਪੌੜੀ ਦੀ ਆਰੰਭਤਾ ਕਰ ਦਿੱਤੀ ਸੀ। ਅਖਰੀ ਅਰਥ ਸਿੱਖਾਂ ਦੇ ਨਾਮ ਉਹਨਾਂ ਨੇ ਤੁਹਾਨੂੰ ਸਰਵਣ ਕਰਵਾ ਦਿੱਤੇ ਸਨ। ਤੇ ਅੱਜ ਆਪਾਂ ਉਹਨਾਂ ਜਿਨ੍ਹਾਂ ਸਿੱਖਾਂ ਦੇ ਨਾਮ ਇਸ 23ਵੀਂ ਪੌੜੀ ਵਿੱਚ ਆਏ ਹਨ, ਉਹਨਾਂ ਦੇ ਬਾਰੇ ਵਿਚਾਰ ਚਰਚਾ ਜਿਹੜੀ ਹੈ ਉਹ ਆਪਾਂ ਕਰਨੀ ਹੈ। ਸੋ ਦਾਸ ਸਭ ਤੋਂ ਪਹਿਲਾਂ ਆਪ ਜੀ ਦੀ ਸਕਰੀਨ ਉੱਪਰ ਇਹ ਜੋ ਪੌੜੀ ਹੈ ਉਹਨੂੰ ਆਪ ਜੀ ਦੀ ਸਕਰੀਨ ਉੱਤੇ ਲਿਆ ਦੇਵੇ, ਤਾਂ ਕਿ ਆਪ ਜੀ ਫਿਰ ਮੁੜ ਉਸ ਵਿਸ਼ੇ ਦੇ ਨਾਲ ਜੁੜ ਸਕੋ। ਕਿਉਂਕਿ ਸਾਧ ਸੰਗਤ ਗੁਰਮਤਿ ਦਾ ਸਿਧਾਂਤ ਹੈ ਇਹ ਕਿ ਜੋ ਗੁਰਸਿੱਖੀ ਹੈ ਉਹ ਬੜੀ ਬਾਰੀਕ ਹੈ। ਇਹਦੇ ਉੱਤੇ ਕੋਈ ਵਿਰਲਾ ਹੀ ਚੱਲ ਸਕਦਾ ਹੈ, ਪਰ ਜਿਨ੍ਹਾਂ ਦੇ ਉੱਤੇ ਸਤਿਗੁਰੂ ਰਹਿਮਤ ਕਰਦੇ ਹਨ ਉਹਨਾਂ ਦਾ ਜੀਵਨ ਸਚਿਆਰਾ ਬਣਦਾ ਹੈ। ਉਹ ਆਪਣੇ ਜੀਵਨ 'ਚ ਨਾਮ ਨੂੰ ਬਾਣੀ ਨੂੰ ਕਮਾਉਂਦੇ ਹਨ। ਅਤੇ ਜਿਨ੍ਹਾਂ ਦਾ ਜੀਵਨ ਬਾਣੀ ਨੇ ਬਦਲਿਆ ਹੈ, ਜਿਨ੍ਹਾਂ ਦਾ ਜੀਵਨ ਗੁਰੂ ਨੇ ਬਦਲਿਆ ਹੈ, ਉਹਨਾਂ ਦੇ ਬਾਰੇ ਵੀ ਆਪਾਂ ਵਿਚਾਰ ਕਰਨੀ ਹੈ। ਅਤੇ ਵਿਚਾਰ ਕਰਕੇ ਆਪਾਂ ਜੀਵਨ ਦੇ ਵਿੱਚ ਇਹ ਗੱਲਾਂ ਜਿਹੜੀਆਂ ਇਹ ਧਾਰਨ ਕਰਨੀਆਂ ਹਨ। ਸੋ ਆਪ ਜੀ ਦੀ ਸਕਰੀਨ ਦੇ ਉੱਪਰ ਇਹ ਜੋ ਵਾਰ ਹੈ 11ਵੀਂ, ਉਹਦੀ 23ਵੀਂ ਪੌੜੀ ਆਪ ਜੀ ਦੀ ਸਕਰੀਨ 'ਤੇ ਆ ਗਈ ਹੈ। ਆਪਾਂ ਇੱਕ ਵਾਰੀ ਇੱਕ ਨੂੰ ਪੜ੍ਹ ਲਈਏ ਅਤੇ ਫਿਰ ਆਪਾਂ ਜੋ ਸਿੱਖਾਂ ਦੇ ਨਾਮ ਹਨ ਉਹਨਾਂ ਨੂੰ ਵਿਚਾਰਨ ਦਾ ਯਤਨ ਕਰਨਾ ਹੈ। ਸੋ ਭਾਈ ਗੁਰਦਾਸ ਜੀ ਦੱਸਦੇ ਆ, ਕਹਿੰਦੇ ਅਤ ਸਨਮੁਖ ਸਿੱਖ, ਜਿਹੜੇ ਸਤਿਗੁਰਾਂ ਦੇ ਸਨਮੁਖ ਹੋਏ, ਜਿਨ੍ਹਾਂ ਨੇ ਸਿੱਖੀ ਕਮਾਈ ਸਤਿਗੁਰਾਂ ਦੇ ਸਾਹਮਣੇ ਰਹਿ ਕੇ, ਸਤਿਗੁਰਾਂ ਦੇ ਹਜ਼ੂਰ ਰਹਿ ਕੇ ਸਿੱਖੀ ਕਮਾਈ, ਉਹਨਾਂ ਦੇ ਬਾਬਤ ਦੱਸਦੇ ਹਨ। ਢੇਸੀ ਜੋਤ ਹੁਸੰਗ ਹੈ, ਗੋਇੰਦ ਗੋਲਾ ਹੱਸ ਮਿਲੰਦਾ, ਮੋਹਣ ਕੁੱਕ ਵਖਾਣੀਐ, ਟੁੱਟੇ ਜੋਧੇ ਜਾਮ ਸੁਹੰਦਾ, ਮੰਝ ਪੁੰਨੂ ਪ੍ਰਵਾਨ ਹੈ, ਪੀਰ ਆਣਾ ਗੁਰ ਭਾਏ ਚਲੰਦਾ, ਹਮਜਾ ਜੱਜਾ ਜਾਣੀਐ, ਬਾਲਾ ਮਰਵਾਹਾ ਵਿਗਸੰਦਾ, ਨਿਰਮਲ ਨਾਨੋ ਉਹ ਹਰੀ, ਗੁਰ ਸੂਰੀ ਚੌਧਰੀ ਰਹੰਦਾ, ਪਰਬਤ ਕਾਲਾ ਮੇਹਰਾ, ਨਾਲ ਨਿਹਾਲੂ ਸੇਵ ਕਰੰਦਾ, ਕੱਕਾ ਕਾਲੋ ਸੂਰਮਾ, ਕਦ ਰਾਮਦਾਸ ਬਚਨ ਮਨੰਦਾ, ਸੇਠ ਸੁਭਾਗਾ ਚੂਹਣੀਆਹੋ, ਆਰੋੜੇ ਭਾਗ ਉਗਵੰਦਾ, ਸਨਮੁਖ ਇੱਕ ਦੂ ਇੱਕ ਚੜ੍ਹੰਦਾ। ਸੋ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਸਨਮੁਖ ਸਿੱਖ ਸਨ, ਇੱਕ ਤੋਂ ਇੱਕ ਚੜ੍ਹਦੇ ਸਨ। ਭਾਵ ਬੜਾ ਇਹਨਾਂ ਦਾ ਕਮਾਲ ਦਾ ਜੀਵਨ ਸੀ। ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ ਸਿੱਖ ਸਨ, ਇੱਕ ਤੋਂ ਇੱਕ ਚੜ੍ਹੰਦੀਆਂ। ਇਹ ਗੁਰੂ ਸਾਹਿਬ ਦੇ ਹਜ਼ੂਰ ਰਹਿ ਕੇ ਇਹਨਾਂ ਨੇ ਸੇਵਾ ਕੀਤੀ ਹੈ ਅਤੇ ਗੁਰੂ ਸਾਹਿਬ ਦੀ ਸਿੱਖੀ ਇਹਨਾਂ ਨੇ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ। ਕਿਵੇਂ ਦਾ ਇਹਨਾਂ ਦਾ ਜੀਵਨ ਸੀ, ਕਿਵੇਂ ਇਹ ਹਜ਼ੂਰਾਂ ਸਤਿਗੁਰਾਂ ਦੇ ਕੋਲ ਆਉਂਦੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਮੈਂ ਦੱਸ ਜਾਵਾਂ ਕਿ ਜਿੰਨੇ ਵੀ ਸਿੱਖ ਹਨ ਇਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਸਿੱਖ ਹਨ। ਅਤੇ ਇਹ ਸਤਿਗੁਰਾਂ ਦੇ ਹਜ਼ੂਰ ਕਿਵੇਂ ਆਉਂਦੇ ਆ, ਕੀ ਸਤਿਗੁਰਾਂ ਨਾਲ ਵਾਰਤਾਲਾਪ ਹੁੰਦੀ ਹੈ, ਉਹ ਆਪਾਂ ਹੁਣ ਵਿਚਾਰਨ ਦਾ ਜਿਹੜਾ ਹੈ ਉਹ ਯਤਨ ਕਰਨਾ ਹੈ। ਸੋ ਸਭ ਤੋਂ ਪਹਿਲਾਂ ਜੋ ਸਤਿਗੁਰਾਂ ਦੇ ਸਿੱਖ ਹਨ, ਵਾਹਿਗੁਰੂ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਪੌੜੀ ਦੇ ਅੰਦਰ, ਇਸ 23ਵੀਂ ਪੌੜੀ ਦੇ ਅੰਦਰ ਜਿਹੜਾ ਸਿੱਖ ਹੈ ਜੋਧ, ਹਾਂਜੀ, ਭਾਈ ਢੇਸੀ ਜੋਧ, ਭਾਈ ਢੇਸੀ ਤੇ ਭਾਈ ਜੋਧ, ਇਹ ਸੰਗਰ ਜਾਤ ਦੇ ਸਿੱਖ ਬ੍ਰਾਹਮਣ ਹਨ। ਇਹ ਸਤਿਗੁਰਾਂ ਦੇ ਹਜ਼ੂਰ ਆਏ ਆ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਰਨ 'ਚ ਆਏ ਆ ਤੇ ਆਣ ਕੇ ਇਹਨਾਂ ਨੇ ਅਰਦਾਸ ਕੀਤੀ ਹੈ ਸਤਿਗੁਰਾਂ ਦੇ ਹਜ਼ੂਰ ਕਿ ਮਹਾਰਾਜ ਸੱਚੇ ਪਾਤਸ਼ਾਹ, ਸਾਡੀ ਇੱਕ ਬੇਨਤੀ ਹੈ। ਸਤਿਗੁਰਾਂ ਨੇ ਕਿਹਾ ਭਾਈ ਦੱਸੋ ਕੀ ਬੇਨਤੀ ਹੈ? ਕਹਿੰਦੇ ਜੇ ਅਸੀਂ ਜਾਤ ਦੇ ਬ੍ਰਾਹਮਣ ਆ। ਸਤਿਗੁਰੂ ਕਹਿੰਦੇ ਠੀਕ ਹੈ ਭਾਈ, ਬੇਨਤੀ ਦੱਸੋ। ਇਹਨਾਂ ਕਿਹਾ ਮਹਾਰਾਜ ਅਸੀਂ ਨਾ ਜਦੋਂ ਪੰਡਤਾਂ ਦੇ ਕੋਲ ਜਾਂਦੇ ਆ, ਜਿਹੜੇ ਸਾਡੇ ਪੰਡਤ ਹਨ, ਸਾਡੇ ਦੋਸਤ ਮਿੱਤਰ, ਸਾਡੇ ਪਰਿਵਾਰ ਵਾਲੇ, ਜਦੋਂ ਅਸੀਂ ਉਹਨਾਂ ਕੋਲ ਜਾਂਦੇ ਆ ਤੇ ਉਹ ਸਾਨੂੰ ਮਾਣ ਸਤਿਕਾਰ ਨਹੀਂ ਦਿੰਦੇ। ਸਤਿਗੁਰੂ ਕਹਿੰਦੇ ਕਿਉਂ ਨਹੀਂ ਦਿੰਦੇ? ਕਹਿੰਦੇ ਉਹ ਕਹਿੰਦੇ ਤੁਸੀਂ ਇੱਕ ਖੱਤਰੀ ਨੂੰ ਗੁਰੂ ਧਾਰਨ ਕੀਤਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਤੁਸੀਂ ਸੋਢੀ ਖੱਤਰੀ ਨੂੰ ਗੁਰੂ ਧਾਰਨ ਕੀਤਾ ਹੈ ਤੇ ਤੁਹਾਡਾ ਕਲਿਆਣ ਨਹੀਂ ਹੋਣਾ। ਨਾ ਤੁਸੀਂ ਗੰਗਾ ਤੇ ਜਾਂਦੇ ਹੋ, ਨਾ ਤੁਸੀਂ ਕਾਸ਼ੀ ਤੇ ਜਾਂਦੇ ਹੋ, ਨਾ ਤੁਸੀਂ ਤੀਰਥ ਸੇਵਦੇ ਹੋ, ਨਾ ਸ਼ਿਵਪੁਰੀ ਜਾਂਦੇ ਹੋ, ਨਾ ਬਿਸ਼ਨਪੁਰੀ ਜਾਂਦੇ ਹੋ, ਤੇ ਸਾਰਾ ਕੁਝ ਛੱਡ ਕੇ ਅੰਮ੍ਰਿਤਸਰ ਦੀ ਧਰਤੀ ਤੇ ਜਾਂਦੇ ਹੋ ਤੇ ਉੱਥੇ ਜਾ ਕੇ ਤੁਸੀਂ ਜਿਹੜਾ ਹੈ ਉਹ ਜਿਹੜਾ ਗੁਰੂ ਤੁਹਾਡਾ ਬੈਠਾ ਹੈ ਗੁਰੂ ਅਰਜਨ, ਉਹਦੇ ਜਾ ਕੇ ਮੱਥਾ ਟੇਕਦੇ ਹੋ, ਉਹਦੇ ਸਰੋਵਰ 'ਚ ਇਸ਼ਨਾਨ ਕਰਦੇ ਹੋ ਤੇ ਇਸ ਕਰਕੇ ਤੁਸੀਂ ਉਹ ਕਹਿੰਦੇ ਮੁਕਤ ਨਹੀਂ ਹੋਵੋਗੇ। ਤੇ ਨਾਲੇ ਉਹ ਸਾਨੂੰ ਸਤਿਗੁਰ ਕਹਿੰਦੇ, ਉਹ ਕਹਿੰਦੇ ਆ ਕਿ ਨਾਲੇ ਤੇ ਤੁਸੀਂ ਤਾਂ ਮੁਕਤ ਨਹੀਂ ਹੋਣਾ ਤੇ ਦੂਸਰੀ ਗੱਲ ਤੁਸੀਂ ਵੇਦਾਂ ਦੀ ਬਾਣੀ ਵੀ ਨਹੀਂ ਪੜ੍ਹਦੇ। ਜੋ ਵੇਦ ਰਚੇ ਆ ਚਾਰ, ਉਹਨਾਂ ਦੀ ਬਾਣੀ ਨਹੀਂ ਪੜ੍ਹਦੇ। ਤੁਸੀਂ ਆਪਣੇ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਗਾਉਂਦੇ ਹੋ, ਇੱਕ ਖੱਤਰੀ ਦੀ ਬਾਣੀ ਗਾਉਂਦੇ ਹੋ ਤੇ ਤੁਹਾਡਾ ਜਿਹੜਾ ਉਹ ਕਲਿਆਣ ਨਹੀਂ ਹੋਣਾ। ਤੇ ਤੁਸੀਂ ਅਸ਼ਟਮੀ ਤੇ ਸ਼ਿਵਰਾਤ ਤੇ ਇਕਾਦਸ਼ੀ ਦੇ ਇਹਦੇ ਤੋਂ ਤੁਸੀਂ ਵਰਤ ਵੀ ਨਹੀਂ ਰੱਖਦੇ, ਕਿਸੇ ਤਰ੍ਹਾਂ ਦਾ ਨਾ ਕੋਈ ਵਰਤ ਰੱਖਦੇ ਹੋ। ਤੁਸੀਂ ਤੀਰਥਾਂ ਤੇ ਤੁਸੀਂ ਨਹੀਂ ਜਾਂਦੇ ਤੇ ਤੁਸੀਂ ਇਹੋ ਜਿਹੀ ਕੋਈ ਕਾਰਜ ਨਹੀਂ ਕਰਦੇ ਜਿਹਦਾ ਕਰਕੇ ਤੁਹਾਡਾ ਕਲਿਆਣ ਹੋਵੇ। ਤੇ ਸਤਿਗੁਰੂ ਉਹ ਸਾਡੇ ਉੱਤੇ ਬੜੀ ਸਾਡੇ ਨਾਲ ਘਿਰਨਾ ਕਰਦੇ ਆ ਤੇ ਕਹਿੰਦੇ ਤੁਸੀਂ ਗਾਇਤਰੀ, ਤਰਪਣ, ਪਿੰਡ ਪਤਲ ਕਿਰਿਆ ਆਦਿ ਵੀ ਨਹੀਂ ਕਰਦੇ, ਸਿਰਫ ਕੜਾਹ ਪ੍ਰਸਾਦ ਜਿਹੜੀ ਵਰਤਾ ਕੇ ਤੇ ਅਰਦਾਸ ਕਰ ਦਿੰਦੇ ਹੋ ਜਦੋਂ ਕੋਈ ਤੁਹਾਡੇ ਘਰ 'ਚ ਮਰਗ ਹੋ ਜਾਂਦੀ ਹੈ, ਕੋਈ ਡੈਥ ਹੋ ਜਾਂਦੀ ਹੈ। ਇਹਨਾਂ ਕਾਰਜਾਂ ਦੇ ਨਾਲ ਇਹ ਕਹਿੰਦੇ ਆ ਕਿ ਸਤਿਗੁਰੂ ਸਾਨੂੰ ਕਹਿੰਦੇ ਆ ਕਿ ਤੁਸੀਂ ਮੁਕਤ ਨਹੀਂ ਹੋਵੋਗੇ। ਪਾਤਸ਼ਾਹ ਸਾਨੂੰ ਦੱਸਣਾ ਕਰੋ ਕਿ ਉਹ ਸਹੀ ਕਹਿੰਦੇ ਆ ਕਿ ਜਾਂ ਸਾਡੀ ਕਲਿਆਣ ਕਿਵੇਂ ਹੋਏ, ਸਾਨੂੰ ਕਿਰਪਾ ਕਰਕੇ ਦੱਸਣਾ ਕਰੋ। ਸਾਡਾ ਜਿਹੜਾ ਹੈ ਨਾ ਮਨ ਜਿਹੜਾ ਉਹ ਨਹੀਂ ਟਿਕਦਾ ਜਦੋਂ ਸਾਨੂੰ ਵਾਰ-ਵਾਰ ਇਹ ਗੱਲਾਂ ਉਹ ਕਹਿੰਦੇ ਆ ਨਾ ਕਿ ਤੁਹਾਡੀ ਕਲਿਆਣ ਨਹੀਂ ਹੋਣੀ, ਤੁਹਾਡੀ ਕਲਿਆਣ ਨਹੀਂ ਹੋਣੀ, ਤੇ ਸਾਨੂੰ ਸਤਿਗੁਰੂ ਕਿਰਪਾ ਕਰਕੇ ਦੱਸੋ ਸਾਡੀ ਕਲਿਆਣ ਕਿਵੇਂ ਹੋਵੇ, ਕਿਵੇਂ ਸਾਡੀ ਕਲਿਆਣ ਹੋਵੇ, ਅਸੀਂ ਕਿਵੇਂ ਤਰੀਏ। ਮਿਹਰਬਾਨੀ ਕਰਕੇ ਸਾਨੂੰ ਕਿਰਪਾ ਕਰਕੇ ਸਾਨੂੰ ਜਿਹੜਾ ਦੱਸਣਾ ਕਰੋ ਕਿ ਅਸੀਂ ਕਿਹੜੇ ਕਰਮ ਕਰੀਏ ਕਿ ਸਾਡੀ ਕਲਿਆਣ ਹੋਵੇ। ਕਿ ਅਸੀਂ ਇਸੇ ਤਰ੍ਹਾਂ ਹੀ ਉਹਨਾਂ ਤੀਰਥਾਂ ਤੇ ਜਾਇਆ ਕਰੀਏ ਕਿ ਨਾ ਜਾਇਆ ਕਰੀਏ, ਪਿੰਡ ਪਤਲ ਗਾਇਤਰੀ ਕਿਰਿਆ ਕਰੀਏ ਕਿ ਨਾ ਕਰੀਏ। ਸਤਿਗੁਰਾਂ ਨੇ ਬੜਾ ਸੁੰਦਰ ਉੱਤਰ ਦਿੱਤਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਨੇ। ਸਤਿਗੁਰਾਂ ਨੇ ਕਿਹਾ ਭਾਈ ਸਿੱਖੋ, ਭਾਵੇਂ ਕਿ ਤੁਸੀਂ ਜਾਤ ਕਰਕੇ ਬ੍ਰਾਹਮਣ ਹੋ, ਪਰ ਯਾਦ ਰੱਖਣਾ ਜਾਤ ਸਦੀਵੀ ਨਹੀਂ ਹੈ। ਇਹ ਸਰੀਰ ਦੀ ਜਾਤ ਹੋ ਸਕਦੀ ਹੈ ਪਰ ਪਰਮੇਸ਼ਰ ਦੇ ਦਰ ਦੇ ਉੱਤੇ ਜਿਹੜੀ ਜਾਤ ਉਹ ਕਬੂਲ ਨਹੀਂ ਹੈ। ਤੇ ਜਿਹੜੇ ਪੰਡਤ ਤੁਹਾਡੇ ਨਾਲ ਘਿਰਨਾ ਕਰਦੇ ਆ, ਜਿਹੜੇ ਤੁਹਾਨੂੰ ਮਾੜਾ ਕਹਿੰਦੇ ਆ, ਉਹਨਾਂ ਨੂੰ ਕੁਝ ਪਤਾ ਹੀ ਨਹੀਂ। ਉਹਨਾਂ ਨੂੰ ਇਹ ਨਹੀਂ ਪਤਾ ਕਿ ਅੰਮ੍ਰਿਤਸਰ ਦੀ ਧਰਤੀ ਜਿਹੜੀ ਹੈ, ਇੱਥੇ ਜੋ ਗੁਰੂ ਰਾਮਦਾਸ ਜੀ ਨੇ ਸਰੋਵਰ ਬਣਾਇਆ ਹੈ, ਇਹ ਉਸ ਨਿਰੰਕਾਰ ਅਕਾਲ ਪੁਰਖ ਦਾ ਸਰੋਵਰ ਹੈ। ਇਸ ਜਗ੍ਹਾ ਦੇ ਉੱਤੇ ਮਨ ਦੀ ਮੈਲ ਵੀ ਉਤਰਦੀ ਹੈ, ਇਸ ਜਗ੍ਹਾ ਦੇ ਉੱਤੇ ਤਨ ਦੀ ਮੈਲ ਵੀ ਉਤਰਦੀ ਹੈ। ਸਤਿਗੁਰਾਂ ਨੇ ਕਿਹਾ ਵੀ ਜਿਹੜੇ ਦੂਸਰਿਆਂ ਤੀਰਥਾਂ ਤੇ ਜਾਂਦੇ ਆ, ਜਿਹੜੇ ਸ਼ਿਵਪੁਰੀ ਜਾਂਦੇ ਆ, ਬਿਸ਼ਨਪੁਰੀ ਜਾਂਦੇ ਆ, ਉੱਥੇ ਜਾ ਕੇ ਉਹ ਜਲ ਦੇ ਨਾਲ ਸਿਰਫ ਨਹਾ ਕੇ ਆ ਜਾਂਦੇ ਆ, ਪਰ ਉਹਨਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ। ਪਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਤੀਰਥ ਬਣਾਇਆ ਹੈ, ਇਹ ਜਿਹੜਾ ਅੰਮ੍ਰਿਤਸਰ ਹੈ, ਐਸਾ ਤੀਰਥ ਸਥਾਨ ਬਣਾ ਦਿੱਤਾ ਸਿੱਖਾਂ ਵਾਸਤੇ। ਇੱਥੇ ਆਉਣ ਦੇ ਨਾਲ ਸਿੱਖਾਂ ਦੇ ਮਨ ਦੇ ਵਿਕਾਰ ਖਤਮ ਹੁੰਦੇ ਆ ਤੇ ਇੱਥੇ ਰਹਿ ਕੇ ਸਿੱਖ ਸਿੱਖੀ ਕਮਾ ਕੇ ਉਹ 'ਚ ਪਰਪੱਕ ਹੋ ਕੇ ਆਪਣਾ ਅਗਲਾ ਪਾਸਾ ਵੀ ਸਵਾਰ ਲੈਂਦੇ ਆ। ਉਹਨਾਂ ਦਾ ਲੋਕ ਦੇ ਕਲਿਆਣ ਹੁੰਦਾ ਹੈ ਤੇ ਉਹਨਾਂ ਦੇ ਪਰਲੋਕ ਦਾ ਵੀ ਕਲਿਆਣ ਹੁੰਦਾ ਹੈ। ਸਤਿਗੁਰਾਂ ਨੇ ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇੱਕ ਗੁਰਬਾਣੀ ਦੀਆਂ ਤੁਕਾਂ ਹਨ, ਉਹ ਸੁਣਾਈਆਂ ਹਨ।
गुरु रामदास जी दियां। सतगुरु कहते गंगा जमुना गोदावरी सुरसरी ते करह उदम धूर साधु की ताई, किल विख मैल भरे परे हमरे विच, हमरी मैल साधु की धूर गवाई। सतगुਰਾਂ ने कहा जी है ना गंगा गोदावरी सरस्वती इत्थे उदम करके जाता है, पर उत्थे जिहड़ी है ना उत्थे जाके मुक्ति प्राप्त नहीं होती। उदम करके लोग उत्थे जाते आ ते पर उत्थों साधुआं दी धूर जिहड़ी वो प्राप्त नहीं हुंदी, भाव साध संगत की प्राप्ति उस जगह के उत्ते नहीं हुंदी, इस करके कल्याण नहीं हुंदा। पातशाह फिर कल्याण इत्थे आके किवें, सतगुਰਾਂ ने कहा भी इत्थे जिहड़ा भी मल किल विख मैल भरे हमरे विच, हमरी मैल साधु की धूर गवाई। सतगुਰਾਂ ने कहा भाई जिहड़ा इस संगत दे विच आउंदा है, जिहड़ा सत संगत दे विच आउंदा है, वो फिर जदों साधुआं दी धूड़ उहनूं मिलदी है ते ओहदा भी कल्याण हुंदा है। ते इन्हां ने फिर सतगुਰਾਂ दे हजूर अरदास कीती है कि महाराज सच्चे पातशाह एक धूड़ पैण दे नाल बस्तर गंदे हुंदे आ, ਤੇ ਤੁਸੀਂ ਕਹਿੰਦੇ ਹੋ ਕਿ ਧੂੜ ਪੈਣ ਦੇ ਨਾਲ ਜਿਹੜਾ ਆ ਮਨੁੱਖ ਦਾ ਕਲਿਆਣ ਹੋਵੇਗਾ, ਇਹ ਕਿਵੇਂ ਹੋ ਸਕਦਾ? ਕਿਉਂਕਿ ਧੂੜ ਵੀ ਮੈਲੀ ਤੇ ਜਿਹੜਾ ਸਰੀਰ ਹੈ ਸਾਡਾ ਉਹ ਵੀ ਮੈਲਾ, ਮਨ ਵੀ ਮੈਲਾ, ਤੇ ਸਾਧੂਆਂ ਦੀ ਧੂੜ ਪੈਣ ਦੇ ਨਾਲ ਮਨ ਕਿਵੇਂ ਪਵਿੱਤਰ ਹੋਏ? ਆਪ ਜੀ ਨੇ ਸਮਝਣਾ ਫਿਰ ਗੱਲ ਨੂੰ। ਇਹਨਾਂ ਕਿਹਾ ਹੈ ਕਿ ਪਾਤਸ਼ਾਹ ਆਪ ਜੀ ਕਹਿੰਦੇ ਹੋ ਕਿ ਸਾਧੂਆਂ ਦੀ ਧੂੜ ਲੈਣ ਦੇ ਨਾਲ ਮਨ ਪਵਿੱਤਰ ਹੁੰਦਾ ਹੈ, ਪਰ मन पवित्र उस धूड़ दे नाल किवें हो सकदा? सगों धूड़ ते मैला करदी है। ये सानू समझाउणा करो। सतगुਰਾਂ ने फिर बड़ा सुंदर जवाब दिता है। गुरु अर्जन देव पातशाह कहंदे भी सिखो, जदों ना जिहड़ा साबण हुंदा है, साबण ते तुहानू पता साबण भी मैल तो बनिया हुंदा है। कहंदे हाँ जी महाराज वो भी मैल तो बनिया हुंदा है। ते कहंदे कपड़ा भी मैला हुंदा है। कहंदे हाँ जी महाराज कपड़ा भी मैला हुंदे। सतगुर कहते जो कपड़े के उत्ते साबण लाईदा तो वह जी मैल है वो कपड़े की मैल धो देंदी है ना। कहते हाँ महाराज कपड़े की मैल वो धुप जाती है। सतगुर कहते फिर यही फल है साधुआं की संगत का, यही फल है गुरसिखां की संगत का। जिहड़े गुरसिखां की संगत करते आ, साधुआं की संतां की इत्थे अंमृतसर की धरती ते आके इशनान करनगे, उन्हां दा इसे तरह कल्याण होवेगा। वो संगत विच बैठ के अपना कल्याण जिहड़ा करा लैणगे। वो अपने शरीर का इशनान इस सरोवर करनगे ते उहदे नाल की होएगा कि उन्हां दा शरीर साफ होएगा। फिर जदों संगत च बैठ के नाम सुनगे उहदे नाल उन्हां दा पार उतारा होएगा, उन्हां दा मन निर्मल होएगा। ते सिखां ने पुछया पातशाह हरमंदर कैसा है? हरिमंदर भाव जो सतगुਰਾਂ ने उस समय हरमंदर साहब की सारी करवा दित्ती सी। पातशाह हरमंदर बारे भी कुछ दसो कि हरिमंदर कैसा है? तो सतगुਰਾਂ ने बचन किया है। धन गुरु अर्जन देव महाराज सच्चे पातशाह ने सतगुਰਾਂ ने कहा जहाज है, हरि का मंदिर। ये हरमंदर साहिब परमेश्वर का जो मंदिर बनाया होया है, ये जहाज है जिहड़ा शब्द शरधा धार के शरधा दे नाल इस जगह के उत्ते आवेगा, इत्थे आण करके शब्द सुनेगा, उहदा पार उतारा होएगा। जिवें मनुख जहाज ते चढ़ के उहदा कल्याण हुंदा है, अगले पासे पार हो जाता है, इस तरह जिहड़ा इस जगह के उत्ते आवेगा उहदा कल्याण होवेगा। सतगुਰਾਂ ने बचन किया तीर्थ नावन जाऊं, तीर्थ नाम है, तीर्थ शब्द विचार अंतर ज्ञान है। सतगुਰਾਂ ने कहा कि जिहड़े दूसरे तीर्थ है ना, उस जगह के उत्ते सिर्फ लोग नहाउण जाते हैं। जिवें गंगा दे कोई चल गया, कोई गोदावरी ते चल गया, कोई किसी तरह किते किते चल गया, उत्थे जाके सतगुर कहते वो सिर्फ नहा के ते वापस आ जाते हैं। पर यह जिहड़ा है ना हरिमंदर, ये ऐसा असीं बना दिता है, इत्थे जिहड़ा आवेगा वो इशनान ते करेगा ही करेगा, उहदा शरीर पवित्र होवेगा ही होवेगा, उहदा शरीरक कल्याण होवेगा ही होवेगा। पर जदों वो बाणी पढ़ेगा, संगत करेगा, कीर्तन सरवण करेगा, इत्थे आके अंमृतसर की धरती ते उहदा भी कल्याण होवेगा, उहदा मन पवित्र होएगा, उन्होंने सारा कुछ प्राप्त हो जाएगा। जिहड़ा मनुख इस जगह ते आके नाम सिमरन करेगा, जिहड़ा इस जगह ते आके बाणी पढ़ेगा, जिहड़ा इस जगह ते आके कीर्तन सरवण करेगा, उन्हां दा कल्याण इस तरह होवेगा। सो साध संगत इन्हां ने फिर सतगुਰਾਂ नूं पुछया सवाल कि पातशाह चलो असीं तीर्थां दी गल मान लई,
ਕਿ ਤੀਰਥਾਂ ਤੇ ਜਾਣ ਦੇ ਨਾਲ ਕਲਿਆਣ ਨਹੀਂ ਹੈ। ਚਲੋ ਅਸੀਂ ਅੰਮ੍ਰਿਤਸਰ ਆ ਜਾਾਂਗੇ, ਇੱਥੇ ਆ ਕੇ ਇਸ਼ਨਾਨ ਕਰਾਂਗੇ, ਸਤ ਸੰਗਤ ਕਰਾਂਗੇ ਤੇ ਸਾਡਾ ਕਲਿਆਣ ਹੋਵੇਗਾ। ਪਰ ਪਾਤਸ਼ਾਹ ਸਾਨੂੰ ਇੱਕ ਗੱਲ ਹੋਰ ਸਮਝਾਓ ਕਿ ਇਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਹੈ ਨਾ ਵਰਤ ਨਹੀਂ ਰੱਖਦੇ, ਵਰਤ ਰੱਖਣ ਦੇ ਨਾਲ ਤੁਹਾਡਾ ਜਿਹੜਾ ਹੈ ਨਾ ਉਹ ਫਲ ਨਹੀਂ ਤੁਹਾਨੂੰ ਪ੍ਰਾਪਤ ਹੋਏਗਾ, ਤੇ ਤੁਸੀਂ ਜਿਹੜਾ ਹੈ ਨਾ ਬ੍ਰਾਹਮਣ ਹੋ ਕੇ ਤੇ ਤੁਸੀਂ ਇਹ ਖੱਤਰੀ ਦੇ ਚਰਨਾਂ ਤੇ ਝੁਕ ਗਏ ਹੋ, ਤੇ ਤੁਹਾਡਾ ਕਲਿਆਣ ਇਸ ਤਰ੍ਹਾਂ ਨਹੀਂ ਹੋਏਗਾ। ਸਤਿਗੁਰਾਂ ਨੇ ਬੜਾ ਸੁੰਦਰ ਵਿਚਾਰ ਦਿੱਤਾ ਇਹਦੇ ਬਾਰੇ। ਸਤਿਗੁਰਾਂ ਨੇ ਕਿਹਾ ਭਾਈ ਜਿਹੜੀ ਗੱਲ ਉਹ ਕਹਿੰਦੇ ਹਨ ਕਿ ਤੁਹਾਨੂੰ ਵਰਤਾਂ ਦਾ ਫਲ ਪ੍ਰਾਪਤ ਨਹੀਂ ਹੋਏਗਾ, ਸਤਿਗੁਰਾਂ ਨੇ ਕਿਹਾ ਕਿ ਸੰਜਮ ਨਾਲ ਆਹਾਰ ਕਰੋ, ਨਾਮ ਜਪੋ, ਸੰਜਮ ਦੇ ਨਾਲ ਆਹਾਰ ਕਰੋ, ਜਿੰਨੀ ਲੋੜ ਹੈ ਸਰੀਰ ਨੂੰ ਓਨਾ ਹੀ ਤੁਸੀਂ ਜਲ ਪਾਣੀ ਛਕੋ, ਉਹਦੇ ਨਾਲ ਤੁਹਾਡੀ ਕਲਿਆਣ ਹੋਵੇਗੀ, ਤੁਹਾਨੂੰ ਸਾਰਿਆਂ ਵਰਤਾਂ ਦਾ ਫਲ ਪ੍ਰਾਪਤ ਹੋਏਗਾ। ਤੇ ਜਿਹੜੀ ਗੱਲ ਇਹ ਕਹਿੰਦੇ ਆ ਪੰਡਤ ਲੋਕ ਤੁਹਾਨੂੰ ਕਿ ਤੁਸੀਂ ਜਿਹੜਾ ਹੈ ਉਹ ਪੰਡਤ ਹੋ ਕੇ ਇੱਕ ਖੱਤਰੀ ਦੇ ਅੱਗੇ ਝੁਕਦੇ, ਤੁਹਾਡਾ ਕਲਿਆਣ ਨਹੀਂ ਹੁੰਦਾ। ਤੇ ਸਤਿਗੁਰਾਂ ਨੇ ਕਿਹਾ ਭਾਈ ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਤ ਹੈ ਹਮਾਰੇ। ਸਤਿਗੁਰਾਂ ਨੇ ਕਿਹਾ ਜਿਹੜਾ ਸਰੀਰ ਉਹਨਾਂ ਨੂੰ ਮਿਲਿਆ ਉਹ ਵੀ ਹੱਡ ਚੰਮ ਦਾ ਹੈ ਸਾਰਾ, ਉਹ ਵੀ ਉਸੇ ਤਰ੍ਹਾਂ ਦਾ ਹੈ, ਭਾਵੇਂ ਚੰਡਾਲ ਹੋਵੇ, ਭਾਵੇਂ ਬ੍ਰਾਹਮਣ ਹੋਵੇ, ਭਾਵੇਂ ਨੀਵੀਂ ਜਾਤ ਦਾ ਹੋਵੇ, ਸਾਰਿਆਂ ਦਾ ਸਰੀਰ ਸਤਿਗੁਰਾਂ ਨੇ ਕਿਹਾ ਇੱਕੋ ਜਿਹਾ ਹੈ। ਕਹਿੰਦੇ ਹਾਂ ਮਹਾਰਾਜ ਸਭ ਦਾ ਸਰੀਰ ਇੱਕੋ ਜਿਹਾ ਹੈ। ਤੇ ਸਤਿਗੁਰੂ ਕਹਿੰਦੇ ਫਿਰ, ਤੇ ਕਹਿੰਦੇ ਸਤਿਗੁਰੂ ਫਿਰ ਸਾਨੂੰ ਗੱਲ ਸਮਝ ਲੱਗ ਗਈ ਕਿ ਜੀਵਨ ਦੇ ਵਿੱਚ ਬਾਣੀ ਪੜ੍ਹ ਕੇ ਸਿਮਰਨ ਕਰਕੇ ਕਲਿਆਣ ਹੋਣਾ ਹੈ, ਸਰੀਰ ਕਰਕੇ ਜਾਂ ਕੋਈ ਖਾਸ ਜਾਤੀ 'ਚ ਜਨਮ ਲੈਣ ਕਰਕੇ ਜਿਹੜਾ ਹੈ ਉਹ ਕਲਿਆਣ ਨਹੀਂ ਹੋਣਾ। ਤੇ ਸਤਿਗੁਰਾਂ ਨੇ ਕਿਹਾ ਠੀਕ ਹੈ ਭਾਈ ਫਿਰ ਤੁਸੀਂ ਸਾਡੇ ਕੋਲ ਇੱਥੇ ਰਹੋ, ਨਾਮ ਜਪੋ, ਸਿਮਰਨ ਕਰੋ, ਤੇ ਤੁਹਾਡਾ ਜਿਹੜਾ ਹੈ ਉਹ ਕਲਿਆਣ ਹੋਵੇਗਾ, ਤੁਹਾਡਾ ਜਿਹੜਾ ਹੈ ਸਾਰਾ ਕਲਿਆਣ ਹੋਵੇਗਾ। ਪਾਤਸ਼ਾਹ ਫਿਰ ਸਾਡਾ ਕਲਿਆਣ ਹੋਵੇਗਾ, ਸਾਡੇ ਪਿੱਤਰਾਂ ਦਾ ਵੀ ਉਧਾਰ ਹੋਵੇਗਾ। ਉਹਨਾਂ ਨੇ ਕਿਹਾ ਕਿ ਤੁਸੀਂ ਗਾਇਤਰੀ ਮੰਤਰ ਨਹੀਂ ਪੜ੍ਹਦੇ, ਤੇ ਤੁਸੀਂ ਤਰਪਣ ਪਿੰਡ ਪਤਲ ਕਿਰਿਆ ਆਦਿ ਨਹੀਂ ਕਰਦੇ, ਤੇ ਉਹਨਾਂ ਦਾ ਉਧਾਰ ਕਿਵੇਂ ਹੋਵੇਗਾ? ਤੇ ਸਤਿਗੁਰਾਂ ਨੇ ਕਿਹਾ ਭਾਈ ਜਦੋਂ ਤੁਸੀਂ ਸੇਵਾ ਸਿਮਰਨ ਕਰਨ ਲੱਗੇ ਨਾ, ਤੁਹਾਡੀਆਂ 21 ਕੁਲਾਂ ਦਾ ਉਧਾਰ ਹੋ ਜਾਏਗਾ, ਤੁਹਾਡੇ ਜਿਹੜੇ ਗਏ ਹਨ ਉਹ ਵੀ ਤਰ ਜਾਣਗੇ, ਤੇ ਤੁਹਾਡੀਆਂ ਆਉਣ ਵਾਲੀਆਂ ਕੁੱਲਾਂ ਦਾ ਵੀ ਕਲਿਆਣ ਹੋ ਜਾਵੇਗਾ। ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਗਾਇਤਰੀ ਮੰਤਰ ਪੜ੍ਹਨ ਦੀ ਲੋੜ ਨਹੀਂ, ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਪਿੰਡ ਪਤਲ ਕਿਰਿਆ ਕਰਨ ਦੀ ਲੋੜ ਨਹੀਂ। ਜਿਸ ਤਰ੍ਹਾਂ ਤੁਸੀਂ ਵਰਤਦੇ ਹੋ, ਜਿਸ ਤਰ੍ਹਾਂ ਤੁਸੀਂ ਆ ਕੇ ਗੁਰੂ ਦੇ ਹਜ਼ੂਰ ਆਉਂਦੇ ਹੋ, ਜਿਵੇਂ ਆ ਕੇ ਸਤਿਗੁਰਾਂ ਦੇ ਹਜ਼ੂਰ ਨਮਸਕਾਰ ਕਰਦੇ ਹੋ, ਕੜਾਹ ਪ੍ਰਸਾਦ ਵਰਤਾਉਂਦੇ ਹੋ, ਅਰਦਾਸ ਕਰਦੇ ਹੋ, ਇਸੇ ਤਰ੍ਹਾਂ ਆਪਣਾ ਜੀਵਨ ਰੱਖੋਗੇ ਤੇ ਤੁਹਾਡਾ ਕਲਿਆਣ ਹੋਵੇਗਾ। ਇਸ ਤਰ੍ਹਾਂ ਇਹਨਾਂ ਬ੍ਰਾਹਮਣ ਜਾਤੀ ਦੇ ਜਿਹੜੇ ਸਿੱਖ ਸਨ, ਇਹਨਾਂ ਦਾ ਕਲਿਆਣ ਹੋਇਆ ਹੈ। ਇਹ ਸਤਿਗੁਰਾਂ ਦੇ ਕੋਲ ਆਏ ਹੈ, ਸਤਿਗੁਰਾਂ ਨੇ ਇਹਨਾਂ ਦਾ ਜਿਹੜਾ ਹੈ ਕਲਿਆਣ ਕੀਤਾ ਹੈ। ਸੋ ਉਸ ਤੋਂ ਅਗਲੇ ਜਿਹੜੇ ਸਿੱਖ ਹਨ, ਸਤਿਗੁਰਾਂ ਦੇ ਹਜ਼ੂਰ ਜਿਹੜੇ ਸਿੱਖ ਆਏ ਹਨ, ਉਹ ਹੈ ਗੋਇੰਦ ਗੋਲਾ ਤੇ ਮੋਹਨ ਜਾਤ ਦੇ ਕੁੱਕ। ਮੋਹਨ ਕੁੱਕ ਵਖਾਣੀ ਹੈ ਤੁੱਥੇ ਜੋ ਦੇ ਨਾਮ ਸੁਹੰਦਾ, ਗੋਇੰਦ ਗੋਲਾ ਹੱਸ ਮਿਲੰਦਾ। ਇਹ ਸਤਿਗੁਰਾਂ ਦੇ ਹਜ਼ੂਰ ਆਏ ਆ ਚਾਰੇ ਜਾਣੇ, ਗੋਇੰਦ ਗੋਲਾ ਤੇ ਮੋਹਨ ਜਾਤ ਦਾ ਕੁੱਕ ਹੈ। ਇਹ ਸਤਿਗੁਰਾਂ ਦੇ ਸ਼ਰਨ ਆਏ, ਹਜ਼ੂਰ ਆ ਕੇ ਬੇਨਤੀ ਕੀਤੀ ਹੈ ਕਿ ਪਾਤਸ਼ਾਹ ਸਾਡਾ ਕਿਵੇਂ ਉਧਾਰ ਹੋਵੇ, ਸਾਨੂੰ ਉਪਦੇਸ਼ ਬਖਸ਼ਿਸ਼ ਕਰੋ, ਸਾਡਾ ਉਧਾਰ ਕਿਵੇਂ ਹੋਵੇ, ਅਸੀਂ ਕਿਵੇਂ ਜਿਹੜੀ ਮੁਕਤੀ ਪ੍ਰਾਪਤ ਕਰਾਂਗੇ। ਸਤਿਗੁਰਾਂ ਨੇ ਕਿਹਾ ਕਿ ਭਾਈ ਨਾਲੇ ਰਾਮ ਨਾਮ ਜਪਣਾ, ਸਿਮਰਨ ਕਰਨਾ, ਵਾਹਿਗੁਰੂ ਵਾਹਿਗੁਰੂ ਜਪਣਾ, ਨਾਲੇ ਸਾਥ ਹੀ ਮਰਨ ਚਿੱਤ 'ਚ ਰੱਖਣਾ, ਮਰਨਾ ਨਹੀਂ ਵਿਸਾਰਨਾ, ਇਹ ਗੱਲ ਯਾਦ ਰੱਖਣੀ। ਪਾਤਸ਼ਾਹ ਸਮਝ ਨਹੀਂ ਲੱਗੀ, ਥੋੜਾ ਆਪ ਜੀ ਸਮਝਾਉਣਾ ਕਹੋ। ਸਤਿਗੁਰਾਂ ਨੇ ਕਿਹਾ ਭਾਈ ਜਦੋਂ ਮਨ ਦੇ ਵਿੱਚ ਮਰਨ ਦਾ ਖਿਆਲ ਹੋਵੇਗਾ ਨਾ, ਮਰਨ ਦਾ ਖਿਆਲ ਕਿ ਮੌਤ ਆਉਣੀ ਹੀ ਆਉਣੀ ਹੈ, ਤੇ ਉਹਦੇ ਨਾਲ ਕੀ ਹੋਵੇਗਾ ਕਿ ਤੁਹਾਡਾ ਮਨ ਇਕਾਗਰ ਹੋਏਗਾ ਭਜਨ ਵੱਲ, ਸਿਮਰਨ ਵੱਲ, ਕਿ ਮਰਨਾ ਹੈ ਇੱਕ ਦਿਨ। ਤੇ ਜਦੋਂ ਮਰਨ ਯਾਦ ਰਹੇਗਾ ਤੇ ਫਿਰ ਪਰਮੇਸ਼ਰ ਵੀ ਯਾਦ ਰਹੇਗਾ। ਪਾਤਸ਼ਾਹ ਉਦਾਹਰਨ ਦੇ ਕੇ ਸਮਝਾਓ। ਸਤਿਗੁਰਾਂ ਨੇ ਕਿਹਾ ਕਿ ਭਾਈ ਕਿਸੇ ਜੰਗਲ 'ਚ ਇੱਕ ਸਾਧੂ ਰਹਿੰਦਾ ਸੀ। ਉਹ ਸਾਧੂ ਜਿਹੜਾ ਹੈ ਉਹ ਜੰਗਲ 'ਚ ਸਿਮਰਨ ਕਰਿਆ ਕਰੇ, ਨਾਮ ਜਪਿਆ ਕਰੇ, ਤੇ ਉਹਦੇ ਕੋਲ ਜਿਹੜਾ ਹੈ ਆਪ ਹੀ ਸ਼ੇਰਨੀ ਆ ਕੇ ਦੁੱਧ ਦੇ ਦਿਆ ਕਰੇ, ਕਿਉਂਕਿ ਜਪ ਤਾਂ ਬੜਾ ਸੀ, ਸਾਰੇ ਉਹਦੇ ਹੁਕਮ 'ਚ ਚੱਲਦੇ ਸੀ ਜਾਨਵਰ ਵੀ। ਸ਼ੇਰਨੀ ਦੁੱਧ ਦੇ ਦਿਆ ਕਰੇ ਤੇ ਉਹ ਛਕ ਲਿਆ ਕਰੇ ਤੇ ਭਜਨ 'ਚ ਜੁੜ ਜਾ ਕਰੇ। ਸਤਿਗੁਰੂ ਕਹਿੰਦੇ ਇੱਕ ਦਿਨ ਐਸਾ ਆਇਆ ਕਿ ਇੱਕ ਰਾਜਾ ਜਿਹੜਾ ਸੀ ਉਹ ਸ਼ਿਕਾਰ ਖੇਡਣ ਗਿਆ ਤੇ ਉਹ ਰਸਤਾ ਭੁੱਲ ਗਿਆ, ਤੇ ਸ਼ਾਮਾਂ ਪੈ ਗਈਆਂ, ਉਹਨੇ ਕੁਟੀਆ ਵੇਖੀ ਸਾਧੂ ਦੀ, ਉੱਥੇ ਚਲਾ ਗਿਆ, ਉੱਥੇ ਜਾ ਕੇ ਰਾਤ ਬਤੀਤ ਕੀਤੀ ਹੈ। ਸਵੇਰਾ ਹੋਇਆ ਤੇ ਸਵੇਰੇ ਸਾਧੂ ਨੇ ਉਸੇ ਤਰ੍ਹਾਂ ਸ਼ੇਰਨੀ ਆਈ
ਉਹਨੇ ਦੁੱਧ ਦਿੱਤਾ। ਸਾਧੂ ਨੇ ਥੋੜਾ ਦੁੱਧ ਰਾਜੇ ਨੂੰ ਦਿੱਤਾ, ਥੋੜਾ ਆਪ ਪੀਤਾ ਤੇ ਆਪ ਪੀ ਕੇ ਭਜਨ ਚ ਲੱਗ ਗਿਆ। ਰਾਜਾ ਆਪਣੇ ਮਹਿਲਾਂ ਵੱਲੋਂ ਚਲਾ ਗਿਆ। ਜਾ ਕੇ ਉਹਨੇ ਬਹੁਤ ਵਿਕਾਰ ਕਮਾਏ ਰਾਜੇ ਨੇ। ਇੱਧਰ ਜਿਹੜਾ ਸਾਧੂ ਸੀ ਉਹ ਨਾਮ ਭਜਨ ਚ ਲੱਗ ਗਿਆ। ਕਹਿੰਦੇ ਕੁਝ ਦਿਨ ਬੀਤੇ ਤੇ ਉਹ ਜਿਹੜਾ ਰਾਜਾ ਸੀ ਉਹਦੇ ਮਨ ਚ ਆਈ ਕਿ ਮੈਂ ਸ਼ੇਰਨੀ ਦਾ ਦੁੱਧ ਪੀਤਾ, ਆਣ ਕੇ ਮੈਂ ਬੜੇ ਵਿਕਾਰ ਕਮਾਏ। ਮੈਂ ਸਾਧੂ ਨੂੰ ਪੁੱਛਾਂ ਜਾ ਕੇ ਵੀ ਸਾਧੂ ਕਿਉਂ ਨਹੀਂ ਵਿਕਾਰ ਕਮਾਏ, ਉਹਨੇ ਵੀ ਤਾਂ ਦੁੱਧ ਪੀਤਾ ਸੀ। ਸਾਧੂ ਕੋਲ ਆਇਆ, ਸਾਧੂ ਨੂੰ ਆਣ ਕੇ ਕਿਹਾ ਕਿ ਸਾਧੂ ਜੀ ਮੈਂ ਦੁੱਧ ਪੀਤਾ ਸੀ ਸ਼ੇਰਨੀ ਦਾ, ਮੈਂ ਤੇ ਆਪਣੇ ਮਹਿਲਾਂ 'ਚ ਜਾ ਕੇ ਬਹੁਤ ਰੰਗ ਤਮਾਸ਼ੇ ਕੀਤੇ, ਬਹੁਤ ਵਿਕਾਰ ਕਮਾਏ, ਤੁਹਾਡਾ ਨਹੀਂ ਮਨ ਡੋਲਿਆ। ਸਾਧੂ ਕਹਿੰਦਾ ਭਾਈ ਬਾਕੀ ਗੱਲਾਂ ਆਪਾਂ ਫੇਰ ਕਰਾਂਗੇ, ਪਰ ਇੱਕ ਗੱਲ ਮੇਰੀ ਯਾਦ ਰੱਖ, ਤੂੰ ਮਰ ਜਾਣਾ ਹੈ ਕੱਲ ਨੂੰ। ਹੁਣ ਰਾਜੇ ਨੇ ਜਿਹੜਾ ਸਵਾਲ ਕੀਤਾ ਉਹ ਭੁੱਲ ਗਿਆ, ਆਪਣੇ ਮਰਨ ਦੀ ਚਿੰਤਾ ਪੈ ਗਈ। ਘਰ ਗਿਆ ਤੇ ਫਿਰ ਨਾਲ ਹੀ ਜਦੋਂ ਤੁਰ ਲੱਗਾ ਤੇ ਸਾਧੂ ਨੇ ਕਿਹਾ ਦੁੱਧ ਪੀ ਕੇ ਚਲਾ ਜਾ। ਦੁੱਧ ਵੀ ਦੇ ਦਿੱਤਾ, ਘੁੱਟ ਦੁੱਧ ਪੀਤਾ, ਪਰ ਮਰਨ ਦੀ ਜਿਹੜੀ ਚਿੰਤਾ ਸੀ ਉਹ ਮਨ 'ਚ ਲੈ ਕੇ ਰਾਜਾ ਚਲਾ ਗਿਆ। ਕਹਿੰਦਾ ਭਾਈ ਤੂੰ ਕੱਲ ਨੂੰ ਮਰ ਜਾਣਾ ਹੈ। ਰਾਜਾ ਘਰ ਗਿਆ। ਘਰ ਜਾ ਕੇ ਇਹਨੇ ਕੀ ਕੀਤਾ ਕਿ ਚਿੱਤ ਲੱਗੇ ਨਾ ਕਿਸੇ ਵੀ ਵਿਕਾਰ ਦੇ ਵਿੱਚ, ਇਹੋ ਧਿਆਨ ਕੇ ਸਾਧੂ ਬੜਾ ਪਹੁੰਚਿਆ ਹੋਇਆ ਮਹਾਤਮਾ ਹੈ, ਜਿਹਦੇ ਕੋਲ ਸ਼ੇਰਨੀ ਦੁੱਧ ਦੇਣ ਆਉਂਦੀ, ਉਹ ਕਿੰਨਾ ਪਹੁੰਚਿਆ ਹੋਵੇਗਾ। ਤੇ ਜੇ ਉਹਨੇ ਸੱਚ ਕਿਹਾ ਤੇ ਮਰਨਾ ਹੈ ਤੇ ਫਿਰ ਮੇਰੀ ਮੌਤ ਅਟਲ ਹੈ, ਮੇਰੀ ਮੌਤ ਆਵੇਗੀ ਆਵੇਗੀ। ਘਰ ਜਾ ਕੇ ਬੜਾ ਸੋਚਣ ਲੱਗ ਗਿਆ, ਕਿਤੇ ਉੱਧਰ ਬੈਠਦਾ ਮਨ ਟਿਕਦਾ ਨਹੀਂ ਹੈ, ਰੱਬ ਰੱਬ ਕਰੀ ਜਾ ਰਿਹਾ ਪਰਮੇਸ਼ਰ ਮੈਂ ਨਾ ਮਰਾਂ, ਪਰਮੇਸ਼ਰ ਕਿਰਪਾ ਕਰ ਮੈਨੂੰ ਰੱਖ ਲਾ, ਮੈਂ ਬੜੇ ਵਿਕਾਰ ਕਮਾਏ ਆ। ਇਸ ਤਰ੍ਹਾਂ ਦੇ ਮਨ 'ਚ ਵਿਚਾਰ ਆ ਰਹੇ ਆ। ਅਗਲਾ ਦਿਨ ਹੋਇਆ ਤੇ ਅੰਮ੍ਰਿਤ ਵੇਲਾ ਹੋਇਆ ਤੇ ਉੱਠਿਆ ਮੰਜੇ ਤੋਂ, ਕਹਿੰਦਾ ਉਹ ਮੈਂ ਤੇ ਮਰਿਆ ਹੀ ਨਹੀਂ, ਸਾਧੂ ਤੇ ਝੂਠ ਬੋਲਦਾ ਸੀ। ਇਹਨੇ ਨੂੰ ਸਾਧੂ ਜਿਹੜਾ ਸੀ ਉਹਦੇ ਮਹਿਲਾਂ 'ਚ ਆ ਗਿਆ, ਆਣ ਕੇ ਕਹਿੰਦਾ ਰਾਜੇ ਨੂੰ ਮਿਲਣਾ। ਤੇ ਜਦੋਂ ਰਾਜੇ ਕੋਲ ਗਿਆ ਤੇ ਰਾਜਾ ਕਹਿੰਦਾ ਤੁਸੀਂ ਤੇ ਕੱਲ ਕਿਹਾ ਸੀ ਤੇਰੀ ਮੌਤ ਹੋ ਜਾਏਗੀ ਤੇ ਮੈਂ ਤੇ ਮਰਿਆ ਨਹੀਂ। ਤੇ ਸਾਧੂ ਕਹਿੰਦਾ ਭਾਈ ਇੱਕ ਗੱਲ ਧਿਆਨ ਦੇ, ਤੂੰ ਮਰਿਆ ਨਹੀਂ ਮਰਿਆ ਉਹ ਗੱਲ ਬਾਅਦ ਚ ਕਰਾਂਗੇ, ਪਹਿਲਾਂ ਇਹ ਦੱਸ ਕਿ ਕੱਲ ਤੋਂ ਹੁਣ ਤੱਕ ਤੂੰ ਕੋਈ ਵਿਕਾਰ ਕਮਾਇਆ? ਕਹਿੰਦਾ ਜੀ ਮੈਂ ਕੋਈ ਵਿਕਾਰ ਨਹੀਂ ਕਮਾਇਆ। ਕਹਿੰਦੇ ਫਿਰ ਕੀਤਾ ਕੀ? ਸਾਧੂ ਨੂੰ ਜਦੋਂ ਪੁੱਛਿਆ ਨਾ ਸਾਧੂ ਨੇ ਕਿ ਭਾਈ ਤੂੰ ਕੀਤਾ ਕੀ ਫਿਰ ਸਾਰਾ ਦਿਨ? ਕਹਿੰਦਾ ਜੀ ਮੈਂ ਬਸ ਰਾਮ ਨਾਮ ਪਰਮੇਸ਼ਰ ਦਾ ਨਾਂ ਹੀ ਸਿਮਰਦਾ ਰਿਹਾ ਕਿ ਪਰਮੇਸ਼ਰ ਮੇਰੀ ਮੌਤ ਨਾ ਹੋ ਜੇ ਕਿਤੇ। ਤੇ ਉਹ ਸਾਧੂ ਨੇ ਕਿਹਾ ਕਿ ਭਾਈ ਇਸ ਤਰ੍ਹਾਂ ਹੁੰਦਾ ਹੈ ਨਾਮ ਦਾ ਸਿਮਰਨ, ਜਿਹੜਾ ਮਨੁੱਖ ਮੌਤ ਨੂੰ ਯਾਦ ਰੱਖਦਾ ਹੈ ਨਾ ਉਹਨੂੰ ਫਿਰ ਵਿਕਾਰ ਨਹੀਂ ਧਾਉਂਦੇ, ਉਹਨੂੰ ਫਿਰ ਵਿਕਾਰਾਂ ਵੱਲ ਨਹੀਂ ਜਾਣਾ ਪੈਂਦਾ, ਫਿਰ ਭਜਨ ਦੇ ਵਿੱਚ ਸਿਮਰਨ ਦੇ ਵਿੱਚ ਲੱਗਾ ਰਹਿੰਦਾ। ਇਸ ਤਰ੍ਹਾਂ ਸਤਿਗੁਰਾਂ ਨੇ ਕਿਹਾ ਭਾਈ ਜੇ ਤੁਸੀਂ ਨਾਮ ਸਿਮਰਨ ਕਰੋਗੇ ਤੇ ਮੌਤ ਨੂੰ ਯਾਦ ਰੱਖੋਗੇ, ਤੁਹਾਡਾ ਕਲਿਆਣ ਹੋਵੇਗਾ, ਤੁਹਾਡਾ ਕਲਿਆਣ ਹੋਵੇਗਾ, ਤੁਹਾਡੇ ਪਾਪ ਨਾਸ਼ ਹੋ ਜਾਣਗੇ, ਤੁਹਾਡਾ ਉਧਾਰ ਹੋਵੇਗਾ ਜੇ ਤੁਸੀਂ ਮੌਤ ਨੂੰ ਯਾਦ ਰੱਖੋਗੇ। ਇਸ ਤਰ੍ਹਾਂ ਇਹਨਾਂ ਦਾ ਭਾਈ ਗੋਇੰਦ ਗੋਲਾ ਤੇ ਮੋਹਨ ਦਾ ਜਿਹੜਾ ਹੈ ਉਹ ਕਲਿਆਣ ਹੋਇਆ। ਅਗਲੇ ਸਿੱਖ ਹਨ ਸਾਧ ਸੰਗਤ ਭਾਈ ਜੋਧਾ, ਜਾਮੂ ਜੂਟੇ। ਇਹ ਦੋਵੇਂ ਸਿੱਖ ਸਤਿਗੁਰਾਂ ਦੇ ਹਜ਼ੂਰ ਆਏ ਆ, ਬੇਨਤੀ ਕੀਤੀ ਹੈ ਕਿ ਪਾਤਸ਼ਾਹ ਜੇ ਮਨ ਇਕਾਗਰ ਕਰਕੇ ਭਜਨ ਕਰਨਾ ਤੇ ਜੋ ਸਾਡਾ ਮਨ ਇਕਾਗਰ ਨਹੀਂ ਹੁੰਦਾ ਇਹਦੇ ਬਾਰੇ ਸਾਨੂੰ ਦੱਸੋ। ਆਪ ਜੀ ਨੇ ਕਿਹਾ ਹੈ ਕਿ ਮਨ ਇਕਾਗਰ ਕਰਕੇ ਭਜਨ ਕਰਨਾ ਹੈ, ਸਿਮਰਨ ਕਰਨਾ ਹੈ, ਮਨ ਇਕਾਗਰ ਹੋਣਾ ਚਾਹੀਦਾ ਹੈ, ਪਰ ਸਾਡਾ ਮਨ ਨਹੀਂ ਇਕਾਗਰ ਹੁੰਦਾ, ਕਿਰਪਾ ਕਰਕੇ ਸਾਨੂੰ ਦੱਸਣਾ ਕਰੋ ਮਨ ਕਿਵੇਂ ਇਕਾਗਰ ਹੋਵੇਗਾ। ਸਤਿਗੁਰਾਂ ਨੇ ਕਿਹਾ ਭਾਈ ਮਨ ਦਾ ਸੁਭਾਅ ਜਿਹੜਾ ਹੈ ਤੁਸੀਂ ਨਹੀਂ ਜਾਣਦੇ, ਤੇ ਜੇ ਹੁਣ ਨਾ ਵਾਕਫ ਹੋਏ ਤੇ ਫਿਰ ਤੁਹਾਡੇ ਕੋਲ ਜੁੜਿਆ ਵੀ ਨਹੀਂ ਜਾਣਾ। ਸਤਿਗੁਰੂ ਕਹਿੰਦੇ ਹਾਂ ਮਹਾਰਾਜ ਅਸੀਂ ਨਹੀਂ ਜਾਣਦੇ। ਪਾਤਸ਼ਾਹ ਕਹਿੰਦੇ ਆਪਣੇ ਮਨ ਨੂੰ ਖੋਜੋ, ਆਪਣੇ ਮਨ ਦੀ ਵਿਚਾਰ ਕਰੋ, ਵਾਰ-ਵਾਰ ਮਨ ਦੇ ਵਿੱਚ ਇਹ ਗੱਲ ਲੈ ਕੇ ਆਓ ਕਿ ਅਸੀਂ ਕਰਦੇ ਕੀ ਪਏ ਹਾਂ, ਕਿਹੜੇ ਪਾਸੇ ਜਾਣਾ ਹੈ, ਕਿਵੇਂ ਸਾਡੀ ਕਲਿਆਣ ਹੋਵੇਗੀ। ਬੰਦੇ ਖੋਜ ਦਿਲ ਹਰ ਰੋਜ਼ ਨਾ ਫੇਰ ਪਰੇਸ਼ਾਨੀ ਮਾਹੇ। ਸਤਿਗੁਰਾਂ ਨੇ ਕਿਹਾ ਇਸ ਤਰ੍ਹਾਂ ਆਪਣੇ ਮਨ ਨੂੰ ਖੋਜਣਾ ਕਰੋ, ਆਪਣੇ ਮਨ ਦੀ ਵਿਚਾਰ ਕਰੋ, ਵਾਰ-ਵਾਰ ਮਨ ਨੂੰ ਜਿਹੜਾ ਹੈ ਹਲੂਣਾ ਦਿਓ, ਇਹ ਇਕਾਗਰ ਹੋਵੇਗਾ, ਤੇ ਜਦੋਂ ਇਕਾਗਰ ਹੋਵੇਗਾ ਫਿਰ ਤੁਹਾਡਾ ਜਿਹੜਾ ਹੈ ਉਹ ਕਲਿਆਣ ਹੋਵੇਗਾ। ਸੋ ਇਸ ਤਰ੍ਹਾਂ ਭਾਈ ਜੋਧਾ ਤੇ ਭਾਈ ਜਾਮੂ ਟੁੱਟੇ ਦਾ ਜਿਹੜਾ ਹੈ ਉਹ ਕਲਿਆਣ ਹੋਇਆ। ਅਗਲੀ ਸਾਖੀ ਹੈ ਸਾਧ ਸੰਗਤ ਭਾਈ ਮੰਝ, ਭਾਈ ਪੁੰਨੂ ਤੇ ਭਾਈ ਪੁਰਾਣਾ। ਇਹ ਵੀ ਸਤਿਗੁਰਾਂ ਦੇ ਹਜ਼ੂਰ ਆਏ ਆ। ਸਤਿਗੁਰਾਂ ਦੇ ਹਜ਼ੂਰ ਆਣ ਕੇ ਬੇਨਤੀ ਕੀਤੀ ਹੈ। ਜਦੋਂ ਆਣ ਕੇ ਸੰਗਤ 'ਚ ਬੈਠੇ ਆ, ਕਹਿੰਦੇ ਕਿ ਸਖੀ ਸਰਵਰੀਏ ਸਨ। ਸਖੀ ਸਰਵਰੀਏ ਭਾਵ ਜਿਹੜੇ ਕਬਰਾਂ ਨੂੰ ਪੂਜਣ ਵਾਲੇ, ਕਬਰਾਂ ਨੂੰ ਪੂਜਣ ਵਾਲੇ ਸਨ। ਤੇ ਇਹ ਇੱਕ ਦਿਨ ਜਾ ਰਹੇ ਸੀ ਇੱਦਾਂ ਹੀ ਸਖੀ ਸਰਵਰ ਦੀ ਪੂਜਾ ਕਰਨ। ਇਹਨਾਂ ਸੋਚਿਆ ਵੀ ਚਲੋ ਦੇਖਦੇ ਆ, ਕਹਿੰਦੇ ਸਿੱਖਾਂ ਦਾ ਗੁਰੂ ਅਰਜਨ ਦੇਵ ਹੋਇਆ, ਉਹ ਬੜੀ ਜਿਹੜੀ ਹੈ
ਬਖਸ਼ਿਸ਼ ਕਰਦਾ, ਉਹਦੇ ਕੋਲ ਹੀ ਹੋ ਕੇ ਚੱਲਦੇ ਆ, ਮੱਥਾ ਟੇਕ ਕੇ ਚਲੋ ਤੁਰੇ ਚੱਲਦੇ, ਉਹਨਾਂ ਨੂੰ ਮੱਥਾ ਟੇਕ ਜਾਂਦੇ। ਸਤਿਗੁਰਾਂ ਦੇ ਹਜ਼ੂਰ ਆਏ ਤਿੰਨੇ ਜਾਣੇ, ਪਿੱਛੇ ਆਣ ਕੇ ਬੈਠ ਗਏ ਆ ਸੰਗਤ ਦੇ ਵਿੱਚ। ਪਿੱਛੇ ਆ ਕੇ ਬੈਠ ਗਏ ਆ ਤੇ ਜਿਹੜਾ ਵੀ ਸਿੱਖ ਲੰਘਦਾ ਹੈ, ਕਿਸੇ ਵੀ ਸਿੱਖ ਦੇ ਮੱਥੇ ਤੇ ਕੋਈ ਘਿਰਨਾ ਨਹੀਂ, ਕਿਸੇ ਵੀ ਸਿੱਖ ਦਾ ਕਿਸੇ ਦਾ ਚਿਹਰਾ ਦਗ ਦਗ ਕਰਦਾ ਪਿਆ, ਲਾਲ ਸੁਰਖ ਚਿਹਰਾ। ਕੋਈ ਖੁਸ਼ ਹੋ ਕੇ ਸਤਿਗੁਰਾਂ ਦੇ ਹਜ਼ੂਰ ਮੱਥਾ ਟੇਕਦਾ। ਬੜਾ ਇਹਨਾਂ ਦਾ ਮਨ ਪ੍ਰਸੰਨ ਹੋਇਆ ਵੀ ਜਿਹੜਾ ਵੀ ਸਿੱਖ ਹੈ ਉਹਦੇ ਕੋਈ ਮੱਥੇ ਤੇ ਕੋਈ ਚਿੰਤਾ ਹੀ ਨਹੀਂ ਹੈਗੀ। ਤੇ ਸੰਗਤ ਚਲੀ ਗਈ, ਸਤਿਗੁਰਾਂ ਨੇ ਦੀਵਾਨ ਦੀ ਸਮਾਪਤੀ ਹੋਈ ਹੈ ਤੇ ਤਿੰਨੇ ਉੱਠ ਕੇ ਸਤਿਗੁਰਾਂ ਦੇ ਕੋਲ ਗਏ। ਸਤਿਗੁਰਾਂ ਦੇ ਚਰਨਾਂ ਤੇ ਝੁਕ ਕੇ ਨਮਸਕਾਰ ਕੀਤੀ ਹੈ ਤੇ ਕਿਹਾ ਕਿ ਮਹਾਰਾਜ ਸਾਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰੋ, ਅਸੀਂ ਸਿੱਖੀ ਕਮਾਉਣੀ ਹੈ, ਮਹਾਰਾਜ ਸਾਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਸਤਿਗੁਰੂ ਹੱਸ ਪਿਆ, ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ। ਜਦੋਂ ਹੱਸਿਆ ਤੇ ਇਹਨਾਂ ਕਿਹਾ ਮਹਾਰਾਜ ਕਿਰਪਾ ਕਰੋ, ਸਿੱਖੀ ਦੀ ਦਾਤ ਮੰਗ ਰਹੇ, ਸਾਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਤੇ ਸਤਿਗੁਰਾਂ ਨੇ ਇੱਕ ਟੁਕ ਜਵਾਬ ਦਿੱਤਾ, ਭਾਈ ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ। ਕਹਿੰਦੇ ਮਹਾਰਾਜ ਕੀ ਹੋਇਆ? ਕਹਿੰਦੇ ਭਾਈ ਤੁਸੀਂ ਜਿਹੜੇ ਹੋ ਉਹ ਸਖੀ ਸਰਵਰ ਦੇ ਪੁਜਾਰੀ ਹੋ। ਕਹਿੰਦੇ ਹਾਂਜੀ ਮਹਾਰਾਜ ਜੀ, ਅਸੀਂ ਸਖੀ ਸਰਵਰੀਆਂ ਦੇ ਪੁਜਾਰੀ ਹਾਂ। ਪਾਤਸ਼ਾਹ ਕਹਿੰਦੇ ਫਿਰ ਤੁਹਾਡਾ ਕਲਿਆਣ ਨਹੀਂ ਹੋਣਾ, ਫਿਰ ਤੁਹਾਨੂੰ ਸਿੱਖੀ ਦੀ ਪ੍ਰਾਪਤੀ ਨਹੀਂ ਹੋਣੀ। ਪਾਤਸ਼ਾਹ ਕੀ ਕਰੀਏ, ਅਸੀਂ ਸਿੱਖੀ ਲੈਣੀ ਚਾਹੁੰਦੇ ਹਾਂ, ਸਾਡੀਆਂ ਵੀ ਚਿੰਤਾ, ਸਾਡੇ ਵੀ ਝੋਰੇ ਜਿਹੜੇ ਉਹ ਖਤਮ ਹੋਣ। ਭਾਈ ਮੰਝ ਕਹਿੰਦਾ ਹੈ ਕਿ ਸਤਿਗੁਰੂ ਮੈਂ ਜਿਹੜਾ ਨਾ ਆਪਣੇ ਪਿੰਡ ਦਾ ਚੌਧਰੀ ਹਾਂ, ਪਰ ਮੇਰੇ ਮਨ 'ਚ ਚਿੰਤਾ ਕਦੀ ਨਹੀਂ ਖਤਮ ਹੋਈ। ਪਰ ਮੈਂ ਦੇਖਿਆ ਤੁਹਾਡੇ ਦਰ ਤੇ ਜਿਹੜਾ ਵੀ ਸਿੱਖ ਆਉਂਦਾ ਉਹਦੇ ਮਨ ਤੇ ਕੋਈ ਚਿੰਤਾ ਹੀ ਨਹੀਂ, ਉਹਦਾ ਮੱਥਾ ਦਗਦਗ ਕਰਦਾ ਪਿਆ। ਪਾਤਸ਼ਾਹ ਇਹੋ ਜਿਹੀ ਸਿੱਖੀ ਸਾਨੂੰ ਵੀ ਬਖਸ਼ਿਸ਼ ਕਰੋ। ਮਹਾਰਾਜ ਨੇ ਕਿਹਾ ਭਾਈ ਠੀਕ ਹੈ, ਧਨ ਪਦਾਰਥ ਤੁਹਾਡੇ ਕੋਲ ਹੋਏਗਾ ਜੋ ਵੀ ਹੈ, ਪਰ ਸਿੱਖੀ ਇਸ ਤਰ੍ਹਾਂ ਨਹੀਂ ਮਿਲਣੀ। ਪਾਤਸ਼ਾਹ ਕੀ ਕਰੀਏ, ਅਸੀਂ ਸਿੱਖੀ ਲੈਣੀ ਹੈ। ਸਤਿਗੁਰ ਕਹਿੰਦੇ ਘਰ ਜਾਓ, ਜਾ ਕੇ ਸਖੀ ਸਰਵਰ ਦੀਆਂ ਕਬਰਾਂ ਢਾ ਦਿਓ, ਘਰੋਂ ਪੱਟ ਦਿਓ ਸਾਰਾ ਕੁਛ। ਕਹਿੰਦੇ ਮਹਾਰਾਜ ਠੀਕ ਹੈ, ਆਪ ਜੀ ਦੀ ਗੱਲ ਮੰਨ ਲੈਨੇ, ਢਾ ਦੇਣੇ ਸਾਰਾ ਕੁਛ। ਸਤਿਗੁਰਾਂ ਨੇ ਕਹਿ ਦਿੱਤਾ ਕਿ ਭਾਈ ਘਰ ਬਾਰ ਵੀ ਵਿਕ ਜਾਣਾ ਜੇ ਤੁਹਾਡਾ, ਜੇ ਸਿੱਖੀ ਸੌਖੀ ਨਹੀਂ ਲੈਣੀ, ਗੁਰਸਿੱਖੀ ਬਾਰੀਕ ਹੈ। ਸਤਿਗੁਰਾਂ ਨੇ ਕਿਹਾ ਤੁਹਾਡਾ ਘਰ ਬਾਰ ਵੀ ਵਿਕ ਜਾਣਾ ਜੇ, ਬੜੇ ਮਾੜੇ ਦਿਨ ਆ ਜਾਣੇ ਜੇ, ਇਹ ਗੱਲ ਯਾਦ ਰੱਖਿਓ। ਕਹਿੰਦੇ ਮਹਾਰਾਜ ਸਾਨੂੰ ਕੁਛ ਨਹੀਂ ਚਾਹੀਦਾ, ਅਸੀਂ ਸਿੱਖੀ ਲੈਣੀ ਹੈ। ਸਤਿਗੁਰਾਂ ਨੇ ਕਿਹਾ ਚਲੋ ਠੀਕ ਹੈ ਭਾਈ, ਜਾਓ ਘਰੇ ਤੇ ਘਰ ਜਾ ਕੇ ਜਿਹੜਾ ਹੈ ਤੁਸੀਂ ਕਬਰਾਂ ਆਪਣੇ ਘਰ ਚੋਂ ਢਾ ਦਿਓ ਸਾਰੀਆਂ। ਗਏ ਆਪਣੇ ਘਰ ਜਾ ਕੇ ਇਹਨਾਂ ਨੇ ਜਿੰਨੀਆਂ ਵੀ ਕਬਰਾਂ ਬਣੀਆਂ ਸੀ ਉਹ ਢਾਤੀਆਂ। ਭਾਈ ਮੰਝ ਨੇ, ਭਾਈ ਪੁੰਨੂ ਨੇ ਤੇ ਭਾਈ ਪਿਰਾਣੇ ਨੇ ਘਰ ਜਾ ਕੇ ਸਾਰੀਆਂ ਕਬਰਾਂ ਢਾ ਦਿੱਤੀਆਂ। ਪਿੰਡ ਸਾਰਾ ਸਖੀ ਸਰਵਰੀਆਂ ਦਾ ਸੀ, ਰੌਲਾ ਪੈ ਗਿਆ। ਹੁਣ ਪਿੰਡ ਦਾ ਚੌਧਰੀ ਜਿਹੜਾ ਸਖੀ ਸਰਵਰੀਆਂ ਦਾ ਇੰਨਾ ਵੱਡਾ ਜਿਹੜਾ ਪ੍ਰਚਾਰਕ ਹੋਵੇ, ਇੰਨਾ ਵੱਡਾ ਉਹਨੂੰ ਮੰਨਣ ਵਾਲਾ ਹੋਵੇ, ਉਹਦੇ ਘਰ ਤੋਂ ਕਬਰ ਢਹਿ ਗਈ। ਸਾਰਾ ਪਿੰਡ ਜਿਹੜਾ ਉਹਨੂੰ ਤੁਹਮਤਾਂ ਲਾ ਲਿਆ। ਪੰਚਾਇਤ ਬੁਲਾਈ ਸਾਰੀ, ਉਹਨਾਂ ਨੇ ਕਿਹਾ ਕਿ ਭਾਈ ਮੰਝ ਤੇ ਭਾਈ ਪੁਰਾਣਾ ਤੇ ਇਹ ਸਾਰੇ ਜਿਹੜੇ ਹਨ, ਇਹਨਾਂ ਨੂੰ ਅਸੀਂ ਹੁਣ ਪਿੰਡ ਦੇ ਮੁਖੀਆ ਨਹੀਂ ਰਹਿਣ ਦੇਣਾ, ਭਾਈ ਮੰਝ ਨੂੰ ਪਿੰਡ ਦਾ ਚੌਧਰੀ ਨਹੀਂ ਰਹਿਣ ਦੇਣਾ, ਤੇ ਆ ਜਿਹੜੇ ਨਾਲ ਹਨ ਇਹਨਾਂ ਨੂੰ ਵੀ ਅਸੀਂ ਜਿਹੜਾ ਆ ਪਿੰਡ ਚੋਂ ਕੱਢ ਦੇਣਾ। ਤੇ ਭਾਈ ਪੁਰਾਣਾ ਤੇ ਭਾਈ ਮੰਝ ਤੇ ਇਸ ਕਹਿੰਦੇ ਕਿ ਅਸੀਂ ਤੇ ਪਹਿਲੋਂ ਹੀ ਆਪ ਜੀ ਪਾਸੋਂ ਹੱਥ ਜੋੜ ਕੇ ਕਹਿੰਦੇ ਕਿ ਸਾਨੂੰ ਤੇ ਹੁਣ ਗੁਰੂ ਦੀ ਸਿੱਖੀ ਚਾਹੀਦੀ ਹੈ, ਅਸੀਂ ਤੇ ਮੰਨਦੇ ਨਹੀਂ, ਅਸੀਂ ਆਪ ਹੀ ਛੱਡਿਆ ਸਾਰਾ ਕੁਝ। ਚਲੋ ਸਮਾਂ ਬੀਤਿਆ, ਕਹਿੰਦੇ ਕਿ ਇੰਨੇ ਮਾੜੇ ਹਾਲਤ ਕਿ ਸਾਰਾ ਕੁਝ ਵਿਕ ਗਿਆ, ਬੁਰੇ ਹਾਲ ਹੋ ਗਏ ਇਹਨਾਂ ਦੇ। ਕੁਝ ਸਮਾਂ ਪਾ ਕੇ ਭਾਈ ਪੁਰਾਣਾ ਤੇ ਭਾਈ ਪੁੰਨੂ ਇਹਨਾਂ ਦੋਵਾਂ ਨੂੰ ਸਤਿਗੁਰਾਂ ਨੇ ਬੁਲਾ ਲਿਆ ਹੈ ਅੰਮ੍ਰਿਤਸਰ ਦੀ ਧਰਤੀ ਤੇ। ਪਾਤਸ਼ਾਹ ਨੇ ਕਿਹਾ ਭਾਈ ਪੁਰਾਣਾ ਜੀ ਤੁਸੀਂ ਹੁਣ ਲੰਗਰ ਦੀ ਸੇਵਾ ਕਰਨੀ ਹੈ, ਤੇ ਨਾਲ ਕਹਿ ਦਿੱਤਾ ਭਾਈ ਮੰਝ ਜੀ ਤੁਸੀਂ ਵੀ ਲੰਗਰ ਦੇ ਵਿੱਚ ਪ੍ਰਸ਼ਾਦੇ ਦੀ ਜਿਹੜੀ ਉਹ ਸੇਵਾ ਕਰਨੀ। ਇਹਨਾਂ ਦੋਵਾਂ ਨੂੰ ਉੱਥੇ ਲਗਾ ਦਿੱਤਾ ਹੈ। ਫਿਰ ਕੁਝ ਸਮਾਂ ਬੀਤਿਆ, ਇੰਨਾ ਬੁਰਾ ਹਾਲ ਹੋ ਗਿਆ। ਇੱਧਰ ਭਾਈ ਮੰਝ ਜੀ ਘਰ ਵਿੱਚ ਹਨ, ਪਰਿਵਾਰ ਤੇ ਬੜੀ ਗਰੀਬੀ ਆ ਗਈ, ਜੋ ਡੰਗਰ ਸਨ, ਜੋ ਵੀ ਮੱਝਾਂ ਗਾਵਾਂ ਸਨ ਉਹ ਵੀ ਵਿਕ ਗਈਆਂ, ਕਿਸੇ ਦੇ ਘਰ ਮਜ਼ਦੂਰੀ ਜਿਹੜੀ ਉਹ ਕਰਨੀ ਪਈ। ਇੰਨਾ ਬੁਰਾ ਹਾਲ ਹੋ ਗਿਆ, ਪ੍ਰਸ਼ਾਦੇ ਤੋਂ ਹੀ ਮੁਹਤਾਜ ਹੋ ਗਏ। ਫਿਰ ਸਤਿਗੁਰਾਂ ਨੇ ਇੱਕ ਚਿੱਠੀ ਲੈ ਦੇ ਕੇ ਇੱਕ ਸਿੱਖ ਨੂੰ ਭੇਜਿਆ ਕਿ ਭਾਈ ਜਾ ਕੇ ਨਾ ਭਾਈ ਮੰਝ ਨੂੰ ਆ ਚਿੱਠੀ ਦੇ ਦੀ। ਚਿੱਠੀ ਸਤਿਗੁਰਾਂ ਨੇ ਜਿਹੜੀ ਭੇਜੀ ਹੈ ਭਾਈ ਮੰਝ ਨੇ ਪੜ੍ਹੀ ਹੈ। ਪੜ੍ਹਦਿਆਂ ਸਾਰੇ ਉੱਤੇ ਲਿਖਿਆ ਸੀ ਭਾਈ ਇਹ ਚਿੱਠੀ ਨੂੰ ਪੜ੍ਹਦਿਆਂ ਸਾਰ ਹੀ ਤੂੰ ਨਾ ਅੰਮ੍ਰਿਤਸਰ ਆ ਜਾਣਾ। ਭਾਈ ਮੰਝ ਨੇ ਚਿੱਠੀ ਫੜੀ ਹੈ, ਪੜ੍ਹਦਿਆਂ ਸਾਰ ਉਸੇ ਵੇਲੇ ਜੋੜਾ ਪਾਇਆ ਹੈ ਤੇ ਚੱਲ ਪਿਆ ਅੰਮ੍ਰਿਤਸਰ ਦੀ ਧਰਤੀ ਨੂੰ। ਸਤਿਗੁਰਾਂ ਦੇ ਹਜ਼ੂਰ ਪਹੁੰਚਿਆ ਹੈ
ਤੇ ਆਣ ਕੇ ਨਮਸਕਾਰ ਕੀਤੀ ਹੈ। ਸਤਿਗੁਰਾਂ ਨੇ ਕਿਹਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਸਤਿਗੁਰਾਂ ਨੇ ਕਿਹਾ, ਭਾਈ ਸਿੱਖਾ, ਹੁਣ ਤੈਨੂੰ ਸੇਵਾ ਕਰਨੀ ਪੈਣੀ ਆ ਜੇ ਤੂੰ ਸਿੱਖੀ ਕਮਾਉਣੀ ਹੈ ਤੇ ਦੇਖ ਲਾ, ਤੇਰਾ ਘਰ ਬਹੁਤ ਬੁਰਾ ਹਾਲ ਆ, ਤੇਰੇ ਘਰ ਰੋਟੀ ਵੀ ਨਹੀਂ ਪੱਕਦੀ, ਤੈਨੂੰ ਪਤਾ ਹੈ ਨਾ। ਤੇ ਭਾਈ ਮੰਝ ਕਹਿੰਦਾ, ਪਾਤਸ਼ਾਹ ਮੈਨੂੰ ਤੇ ਇੰਨੀ ਬੜੀ ਖੁਸ਼ੀ ਆ ਕਿ ਤੁਸੀਂ ਮੈਨੂੰ ਯਾਦ ਕੀਤਾ, ਮੈਨੂੰ ਤੇ ਇੰਨੀ ਬੜੀ ਖੁਸ਼ੀ ਆ ਕਿ ਤੁਸੀਂ, ਤੁਹਾਡੇ ਮਨ ਦੇ ਵਿੱਚ ਕੋਈ ਮੰਝ ਨਾਮ ਦਾ ਸਿੱਖ ਹੈਗਾ, ਮੈਨੂੰ ਤੇ ਇੰਨੀ ਬੜੀ ਖੁਸ਼ੀ ਹੋਈ। ਕੋਈ ਗੱਲ ਨਹੀਂ, ਘਰੇ ਪ੍ਰਸ਼ਾਦਾ ਪੱਕੇ ਨਾ ਪੱਕੇ, ਕੋਈ ਗੱਲ ਨਹੀਂ, ਆਪੇ ਸਰਦਾ ਹੈ, ਚੱਲ ਜਾਣਾ ਸਾਰਾ ਕੁਝ, ਪਰ ਕਿਰਪਾ ਕਰੋ ਮੇਰੀ ਜਿਹੜੀ ਸੇਵਾ ਹੈ ਉਹ ਆਪ ਜੀ ਲਾਓ। ਮੇਰੀ ਕੀ ਸੇਵਾ ਲਾਉਂਦੇ? ਸਤਿਗੁਰਾਂ ਨੇ ਕਿਹਾ, ਭਾਈ ਸਿੱਖਾ, ਭਾਈ ਮੰਝ, ਤੂੰ ਜੰਗਲ ਚੋਂ ਲੱਕੜਾਂ ਜਿਹੜੀਆਂ ਉਹ ਇਕੱਠੀਆਂ ਕਰਕੇ ਲਿਆਉਣੀਆਂ ਤੇ ਉਹ ਲਿਆ ਕੇ ਤੇ ਤੂੰ ਇੱਥੇ ਦੇਣੀਆਂ ਲੰਗਰ ਦੇ ਵਿੱਚ, ਤਾਂ ਕਿ ਸਿੱਖਾਂ ਵਾਸਤੇ ਲੰਗਰ ਬਣ ਸਕੇ। ਭਾਈ ਮੰਝ ਨੇ 7 ਵਚਨ ਕਿਹਾ ਹੈ ਤੇ ਲੈ ਕੇ ਕੁਹਾੜਾ ਤੇ ਚੱਲ ਪਿਆ ਜੰਗਲ ਨੂੰ। ਲੱਕੜਾਂ ਰੋਜ਼ ਕੱਟ ਕੇ ਲਿਆਉਣੀਆਂ, ਲੰਗਰ 'ਚ ਪਾਉਣੀਆਂ ਤੇ ਕਥਾ ਸੁਣਨੀ, ਕੀਰਤਨ ਸੁਣਨਾ, ਫਿਰ ਜਾ ਕੇ ਲੱਕੜਾਂ ਕੱਟਣ ਚਲੇ ਜਾਣਾ, ਪ੍ਰਸ਼ਾਦਾ ਪਾਣੀ ਛਕ ਕੇ। ਇਸੇ ਤਰ੍ਹਾਂ ਕੁਝ ਦਿਨ ਬੀਤੇ ਆ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਲੰਗਰ ਵੱਲ ਨੂੰ ਗੇੜਾ ਮਾਰਿਆ। ਇੱਕ ਲੰਗਰ ਵੱਲ ਸਤਿਗੁਰੂ ਆਏ ਆ ਤੇ ਪਾਤਸ਼ਾਹ ਨੇ ਲਾਂਗਰੀ ਨੇ ਪੁੱਛਿਆ ਕਿ ਭਾਈ ਮੰਝ ਆਇਆ ਸੀ, ਇੱਕ ਮੰਝ ਨਾਮ ਦਾ ਸਾਡਾ ਸਿੱਖ ਆਇਆ ਸੀ, ਉਹ ਕੀ ਸੇਵਾ ਕਰਦਾ ਹੈ? ਤੇ ਲਾਂਗਰੀ ਸਿੱਖ ਨੇ ਕਿਹਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੰਗਲ 'ਚੋਂ ਲੱਕੜਾਂ ਕੱਟ ਕੇ ਲਿਆਉਂਦਾ ਹੈ ਤੇ ਫਿਰ ਕੀਰਤਨ ਸਰਵਣ ਕਰਦਾ, ਕਥਾ ਸਰਵਣ ਕਰਦਾ ਤੇ ਨਾਲ ਪ੍ਰਸ਼ਾਦਾ ਛਕਦਾ ਹੈ। ਪਾਤਸ਼ਾਹ ਕਹਿੰਦੇ, ਪ੍ਰਸ਼ਾਦਾ ਇੱਥੋਂ ਛਕਦਾ? ਕਹਿੰਦੇ, ਹਾਂ ਮਹਾਰਾਜ, ਪ੍ਰਸ਼ਾਦਾ ਇੱਥੋਂ ਲੰਗਰ 'ਚੋਂ ਬੈਠ ਕੇ ਛਕਦਾ। ਸਤਿਗੁਰ ਕਹਿੰਦੇ, ਲਾਂਗਰੀ ਨੂੰ ਕਹਿ ਦਈ ਕਿ ਇਹ ਤੇਰੀ ਸੇਵਾ ਨਹੀਂ ਹੈ, ਇਹ ਤੇਰੀ ਮਜ਼ਦੂਰੀ ਹੈ। ਤੂੰ ਲੱਕੜਾਂ ਲਿਆ ਕੇ ਪ੍ਰਸ਼ਾਦਾ ਵੀ ਤੂੰ ਇੱਥੋਂ ਛਕੀ ਜਾਵੇਂ, ਇਹ ਤੇਰੀ ਸੇਵਾ ਨਹੀਂ ਹੈ, ਇਹ ਤੇਰੀ ਮਜ਼ਦੂਰੀ ਹੈ, ਤੂੰ ਨਾਲ ਆਪਣੀ ਮਜ਼ਦੂਰੀ ਲਈ ਜਾਂਦਾ। ਤੇ ਭਾਈ ਮੰਝ ਆਇਆ ਲੱਕੜਾਂ ਕੱਟ ਕੇ ਤੇ ਲਾਂਗਰੀ ਨੇ ਉਹ ਹੁਕਮ ਸੁਣਾਤਾ ਕਿ ਭਾਈ, ਸਤਿਗੁਰਾਂ ਦਾ ਹੁਕਮ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ, ਕਿ ਤੂੰ ਲੰਗਰ 'ਚ ਪ੍ਰਸ਼ਾਦਾ ਨਹੀਂ ਛਕਣਾ, ਨਹੀਂ ਤੇ ਤੇਰੀ ਸਿੱਖੀ ਪ੍ਰਵਾਨ ਨਹੀਂ। ਸਤਿਗੁਰ ਕਹਿੰਦੇ ਆ ਕਿ ਤੂੰ ਨਾਲੇ ਮਜ਼ਦੂਰੀ ਵੀ ਕਰ ਰਿਹਾ ਤੇ ਨਾਲੇ ਲੰਗਰ 'ਚੋਂ ਪ੍ਰਸ਼ਾਦਾ ਜਿਹੜਾ ਛਕਦਾ ਉਹ ਤੇਰੀ ਮਜ਼ਦੂਰੀ 'ਚ ਕੱਟਿਆ ਜਾ ਰਿਹਾ, ਸੇਵਾ ਨਹੀਂ ਤੇਰੀ ਪ੍ਰਵਾਨ ਹੋ ਰਹੀ। ਦੋਵੇਂ ਹੱਥ ਜੋੜ ਕੇ ਅੱਖਾਂ 'ਚੋਂ ਨੇਤਰਾਂ 'ਚੋਂ ਅਥਰੂ ਆ ਗਏ ਆ। ਤੇ ਭਾਈ ਮੰਝ ਨੇ ਕਿਹਾ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਬੜੇ ਬਖਸ਼ਣਹਾਰ ਹੋ। ਮੈਂ ਤੇ ਵਿਚਾਰਾ ਸਿੱਖ ਭੁੱਲਾ ਹੀ ਜਿਹੜਾ ਹੈ ਉਹ ਇੰਜ ਕਰੀ ਗਿਆ, ਮੈਨੂੰ ਤਾਂ ਪਤਾ ਹੀ ਨਹੀਂ ਸੀ ਸਿੱਖੀ ਕਿਵੇਂ ਕਮਾਈ ਜਾਂਦੀ। ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਦੱਸ ਦਿੱਤਾ ਕਿ ਮਜ਼ਦੂਰੀ ਤੇ ਸਿੱਖੀ ਦੇ ਵਿੱਚ ਕੀ ਫਰਕ ਹੈ, ਸੇਵਾ ਤੇ ਮਜ਼ਦੂਰੀ 'ਚ ਕੀ ਫਰਕ ਹੈ। ਫਿਰ ਇਹ ਜੰਗਲ 'ਚ ਜਾਣ ਲੱਗ ਪਿਆ। 2 ਪੰਡਾਂ ਲੈ ਕੇ ਆਉਂਦਾ ਹੈ ਲੱਕੜਾਂ ਦੀਆਂ। ਇੱਕ ਪੰਡ ਪਹਿਲੋਂ ਗੁਰੂ ਕੇ ਲੰਗਰਾਂ 'ਚ ਪਹੁੰਚਾਉਂਦਾ ਹੈ, ਫਿਰ ਦੂਸਰੀ ਪੰਡ ਵੱਢ ਕੇ ਲਿਆਉਂਦਾ ਹੈ ਲੱਕੜਾਂ ਦੀ ਤੇ ਉਹ ਵੇਚ ਦਿੰਦਾ ਹੈ ਸ਼ਹਿਰ ਦੇ ਵਿੱਚ। ਕਹਿੰਦੇ ਐਸੇ ਵੀ ਹਾਲਾਤ ਬਣੇ ਕਿ ਇਹਦੀਆਂ ਲੱਕੜਾਂ ਜਿਹੜੀਆਂ ਸੋ ਵਿਕਣੀਆਂ ਬੰਦ ਹੋ ਗਈਆਂ। ਤੇ ਤਾਂ ਵੀ ਕੁਝ ਦਿਨ ਭੁੱਖਾ ਰਹਿ ਕੇ ਸਬਰ ਕੀਤਾ, ਪਰ ਜੰਗਲ 'ਚ ਗੁਰੂ ਵਾਸਤੇ ਜਿਹੜੀਆਂ ਲੱਕੜਾਂ ਲੈ ਕੇ ਆਉਣੀਆਂ ਉਹ ਬੰਦ ਨਾ ਕੀਤੀਆਂ। ਇਸੇ ਤਰ੍ਹਾਂ ਦਿਨ ਬੀਤਦੇ ਗਏ। ਇੱਕ ਦਿਨ ਬੜਾ ਝੱਖੜ ਆਇਆ ਤੇ ਬੜੀ ਹਵਾ ਤੇਜ਼ ਚੱਲੀ। ਇਹ ਲੱਕੜਾਂ ਕੱਟ ਕੇ ਸਿਰ ਤੇ ਰੱਖੀਆਂ ਭਾਈ ਮੰਝ ਨੇ ਤੇ ਤੁਰਿਆ ਆ ਰਿਹਾ ਹੈ ਸਤਿਗੁਰਾਂ ਦੇ ਹਜ਼ੂਰ। ਪਰ ਰਸਤੇ ਦੇ ਵਿੱਚ ਹਵਾ ਦਾ ਬੁੱਲਾ ਇੱਕਦਮ ਆਇਆ ਤੇ ਨੇੜੇ ਖੂਹ ਸੀ, ਪੈਰ ਤਿਲਕਿਆ ਤੇ ਖੂਹ ਦੇ ਵਿੱਚ ਡਿੱਗ ਪਿਆ। ਤੇ ਖੂਹ ਦੇ ਵਿੱਚ ਡਿੱਗਾ ਹੈ ਤੇ ਸਿਰ ਦੇ ਉੱਤੇ ਲੱਕੜਾਂ ਦੀ ਪੰਡ ਹੈ। ਇੱਧਰ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾਣੀ ਜਾਣ। ਪਾਤਸ਼ਾਹ ਨੂੰ ਪਤਾ ਲੱਗਾ, ਪਾਤਸ਼ਾਹ ਨੇ ਆਵਾਜ਼ ਮਾਰਦੀ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਪੁਰਾਣਾ ਜੀ, ਭਾਈ ਪੁੰਨੂ ਜੀ, ਆਓ ਜਲਦੀ ਜਲਦੀ। ਸਾਰੇ ਜਾਣੇ ਇਕੱਠੇ ਹੋ ਕੇ ਆਏ। ਹਾਂਜੀ ਮਹਾਰਾਜ, ਕੀ ਹੁਕਮ ਹੈ? ਸਤਿਗੁਰ ਕਹਿੰਦੇ, ਰੱਸਾ ਲਓ ਇੱਕ, ਜਲਦੀ ਚੱਲੀਏ। ਤੇ ਸਤਿਗੁਰਾਂ ਨੇ ਨੰਗੇ ਪੈਰੀ, ਇਤਿਹਾਸ ਕਹਿੰਦਾ ਹੈ ਸਾਡਾ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੰਗੇ ਪੈਰੀ ਆਪਣੇ ਸਿੰਘਾਸਨ ਤੋਂ ਉੱਠ ਕੇ ਤੁਰ ਪਏ ਤੇ ਸਿੱਖਾਂ ਨੂੰ ਕਿਹਾ, ਜਲਦੀ ਜਲਦੀ ਰੱਸਾ ਲੈ ਕੇ ਆਓ। ਰੱਸਾ ਲਿਆਏ ਸਿੱਖਾਂ ਨੇ। ਕੁਝ ਸਿੱਖ ਇਹ ਵੀ ਕਹਿੰਦੇ ਆ ਵੀ ਸਤਿਗੁਰੂ ਵਾਸਤੇ ਘੋੜਾ ਲੈ ਕੇ ਆਏ ਆ। ਪਾਤਸ਼ਾਹ ਜੀ ਭੱਜੇ ਜਾ ਰਹੇ, ਘੋੜੇ ਵੱਲ ਕੋਈ ਖਿਆਲ ਨਹੀਂ, ਭੱਜੇ ਜਾ ਰਹੇ ਆ ਸਿੱਧਾ ਉੱਥੇ ਜਿਸ ਜਗ੍ਹਾ ਦੇ ਉੱਤੇ ਭਾਈ ਮੰਝ ਜੀ ਖੂਹ 'ਚ ਡਿੱਗੇ ਹਨ, ਉਸ ਜਗ੍ਹਾ ਤੇ ਸਤਿਗੁਰੂ ਪਹੁੰਚਦੇ ਆ ਤੇ ਪਹੁੰਚ ਕੇ ਆਵਾਜ਼ ਦਿੰਦੇ, ਸਿੱਖਾ। ਤੇ ਥੱਲੋਂ ਸਤਿਗੁਰੂ ਦੀ ਆਵਾਜ਼ ਸੁਣ ਕੇ ਭਾਈ ਮੰਝ ਆਵਾਜ਼ ਦਿੰਦੇ ਆ ਕਿ ਭਾਈ ਤੂੰ ਸਿੱਖ ਹੈ ਗੁਰੂ ਦਾ। ਪਤਾ ਨਹੀਂ ਸੀ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਆਵਾਜ਼ ਹੈ। ਆਵਾਜ਼ ਦਿੰਦੇ, ਭਾਈ ਤੂੰ ਸਿੱਖਿਆ ਗੁਰੂ ਦਾ, ਤੇ ਗੁਰੂ ਅੱਗੇ ਮੇਰੀ ਅਰਦਾਸ ਜਾ ਕੇ ਕਰੀ। ਦੇਖੋ ਭਾਈ ਦੇ ਬਚਨ, ਦੇਖੋ ਭਾਈ ਮੰਝ ਜੀ ਦੇ, ਭਾਈ ਸਿੱਖਾ ਤੂੰ ਗੁਰੂ ਦਾ ਸਿੱਖ ਹੈ ਤੇ ਮੇਰੀ ਅਰਦਾਸ ਗੁਰੂ ਦੇ ਹਜ਼ੂਰ ਕਰੀ
कि सतगुरु मैनू माफ़ कर दिओ, मैं ना तुहाडे लंगरां वास्ते लकड़ां नहीं लैके आया, ते तुहाडे लंगर च लकड़ां नहीं आईयां ते संगत प्रशादा कित्थों छकेगी, किरपा करके मैनू बख्श लिओ। ये मेरी अरदास सिखा गुरु दे अगे करी। ਤੇ ਫਿਰ ਸਤਿਗੁਰਾਂ ਨੇ ਆਵਾਜ਼ ਦਿੱਤੀ ਹੈ ਬਾਬਾ ਬੁੱਢਾ ਜੀ ਨੂੰ, ਭਾਈ ਗੁਰਦਾਸ ਜੀ ਨੂੰ, ਹੋਰ ਪਤਵੰਤੇ ਜਿੰਨੇ ਵੀ ਸਿੱਖ ਨਾਲ ਆਏ। ਸਤਿਗੁਰਾਂ ਨੇ ਕਿਹਾ ਭਾਈ ਰੱਸਾ ਸੁੱਟੋ ਹੇਠਾਂ ਰੱਸਾ ਸੁੱਟਿਆ ਹੈ। ਤੇ ਸਤਿਗੁਰਾਂ ਨੇ ਆਵਾਜ਼ ਦਿੱਤੀ ਭਾਈ ਮੰਝ ਰੱਸਾ ਫੜੋ ਤੇ ਉੱਤੇ ਆ ਜਾਓ। ਤੇ ਭਾਈ ਮੰਝ ਨੇ ਕਿਹਾ ਨਹੀਂ ਭਾਈ, ਪਹਿਲੋਂ ਜਿਹੜੀਆਂ ਲੱਕੜਾਂ ਗੁਰੂ ਕੇ ਲੰਗਰ ਵਾਸਤੇ ਕੱਟੀਆਂ ਹਨ, ਪਹਿਲਾਂ ਇਹਨਾਂ ਨੂੰ ਬਾਹਰ ਕੱਢੋ, ਫਿਰ ਮੈਂ ਬਾਹਰ ਆਵਾਂਗਾ। ਜਦੋਂ ਇਹ ਗੱਲ ਸੁਣੀ ਹੈ ਤੇ ਸਤਿਗੁਰਾਂ ਨੇ ਕਿਹਾ ਚੱਲ ਭਾਈ ਮੰਝ ਪਹਿਲੋਂ ਲੱਕੜਾਂ ਹੀ ਬਾਹਰ ਭੇਜ। ਪਹਿਲੋਂ ਲੱਕੜਾਂ ਬਾਹਰ ਕੱਢੀਆਂ ਗਈਆਂ, ਫਿਰ ਭਾਈ ਮੰਝ ਉਸ ਰੱਸੇ ਦੇ ਨਾਲ ਲਮਕ ਕੇ ਤੇ ਉੱਪਰ ਬਾਹਰ ਆਏ ਆ। ਜਦੋਂ ਬਾਹਰ ਆਏ ਤੇ ਬਾਹਰ ਦੇਖਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਹਮਣੇ ਖਲੋਤੇ ਹਨ। ਢਾਹ ਕੇ ਚਰਨਾਂ ਤੇ ਪੈ ਗਏ, ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਮੱਥਾ ਟੇਕਿਆ। ਸਤਿਗੁਰਾਂ ਨੇ ਬਾਂਹ ਤੋਂ ਫੜ ਕੇ ਖੜਾ ਕੀਤਾ ਕਿ ਭਾਈ ਮੰਝ ਤੇਰੀ ਸਿੱਖੀ ਪ੍ਰਵਾਨ, ਤੂੰ ਗੁਰੂ ਘਰ ਦੇ ਵਿੱਚ ਪ੍ਰਵਾਨ ਹੋਇਆ ਹੈ, ਸਤਿਗੁਰੂ ਕਿਰਪਾ ਕਰੋ। ਪਾਤਸ਼ਾਹ ਨੇ ਕਿਹਾ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਭਾਈ ਮੰਗ ਕੀ ਮੰਗਦਾ, ਤੇਰੀ ਕੀ ਮਨ ਦੇ ਵਿੱਚ ਉਮੀਦ ਹੈ, ਕੀ ਮੰਗਣਾ ਚਾਹੁੰਦਾ ਹੈ, ਜੋ ਮੰਗੇਗਾ ਅੱਜ ਤੈਨੂੰ ਗੁਰੂ ਦੇਵੇਗਾ। ਤੇਰੀ ਸਿੱਖੀ ਪ੍ਰਵਾਨ ਚੜ ਗਈ, ਤੂੰ ਗੁਰੂ ਦੇ ਘਰ ਦੇ ਵਿੱਚ ਕਬੂਲ ਹੋ ਗਿਆ, ਦੱਸ ਤੈਨੂੰ ਕੀ ਚਾਹੀਦਾ ਹੈ। ਤੇ ਭਾਈ ਮੰਝ ਨੇ ਦੋਵੇਂ ਹੱਥ ਜੋੜ ਕਰਕੇ 3 ਵਾਰੀ ਜਦੋਂ ਸਤਿਗੁਰਾਂ ਨੇ ਪੁੱਛਿਆ ਨਾ ਕਿ ਮੰਗ ਸਿੱਖਾ ਕੀ ਮੰਗਦਾ, ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਇਹ ਗੱਲ ਸੁਣੀ। ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੇ ਕਿਹਾ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਕਲਯੁਗ ਦਾ ਸਮਾਂ ਹੈ, ਸਿੱਖਾਂ ਦੇ ਕੋਲੋਂ ਇੰਨੀਆਂ ਵੱਡੀਆਂ ਜਿਹੜੀਆਂ ਨਾ ਪ੍ਰੀਖਿਆਵਾਂ ਨਾ ਲਿਆ ਕਰੋ। ਆਪ ਜੀ ਦੇ ਹਜ਼ੂਰ ਅਰਦਾਸ ਹੈ ਮੇਰੀ ਕਿ ਜੇ ਆਪ ਜੀ ਤੁੱਠੇ ਹੋ ਤੇ ਇੱਕ ਮੇਰੀ ਅਰਦਾਸ ਮੰਨੋ ਕਿ ਗਾਂ ਆਪ ਜੀ ਸਿੱਖਾਂ ਦੇ ਕੋਲੋਂ ਇਹੋ ਜਿਹੀ ਜਿਹੜੀ ਹੈ ਨਾ ਪ੍ਰੀਖਿਆ ਉਹ ਨਹੀਂ ਲਾਓਗੇ, ਇਹੋ ਜਿਹੀ ਤਾੜਨਾ ਸਿੱਖਾਂ ਨੂੰ ਨਾ ਕਰੋ, ਕਿਉਂਕਿ ਆਉਣ ਵਾਲਾ ਸਮਾਂ ਕਲਯੁਗ ਦਾ ਹੈ, ਸਿੱਖਾਂ ਦਾ ਸੁਭਾਅ ਡੋਲਣ ਦਾ ਹੈ। ਪਰ ਆਪ ਜੀ ਪਰਪੱਕ ਸਤਿਗੁਰੂ ਹੋ, ਕਿਰਪਾ ਕਰਕੇ ਬਖਸ਼ੋ। ਮਨ ਡੋਲ ਜਾਂਦਾ ਹੈ ਪਾਤਸ਼ਾਹ, ਆਪ ਜੀ ਸਿੱਖੀ ਦੇ ਦਾਤੇ ਹੋ, ਸਿੱਖੀ ਆਪ ਜੀ ਨੇ ਦਿੱਤੀ ਹੈ, ਕਿਰਪਾ ਕਰੋ ਸਾਰਿਆਂ ਸਿੱਖਾਂ ਨੂੰ ਇਸੇ ਤਰ੍ਹਾਂ ਸਿੱਖੀ ਦਾ ਦਾਨ ਦੇ ਦਿਆ ਕਰੋ, ਪਰ ਸੁਖੈਨ ਢੰਗ ਦੇ ਨਾਲ ਦਿਆ ਕਰੋ, ਕਿਸੇ ਦੀ ਇੰਨੀ ਕਰੜੀ ਪ੍ਰੀਖਿਆ ਨਾ ਲਿਓ। ਸਤਿਗੁਰਾਂ ਨੇ ਮੁਸਕਰਾਏ ਹਨ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗਲਵਕੜੀ ਵਿੱਚ ਲਿਆਏ ਭਾਈ ਮੰਝ ਨੂੰ। ਗਲਵਕੜੀ ਦੇ ਵਿੱਚ ਲੈ ਕੇ ਸਤਿਗੁਰਾਂ ਨੇ ਬਚਨ ਕੀਤਾ ਹੈ। ਸਤਿਗੁਰੂ ਕਹਿੰਦੇ ਮੈਨੂੰ ਕਿਤੇ ਕਿਹਾ ਸੀ ਮੇਰੇ ਨਾਨੇ ਨੇ ਕਿ ਤੂੰ ਬੋਝਤਾ ਹੋਏਗਾ, ਬਾਣੀ ਕਾ ਬੋਝਤਾ। ਮੈਨੂੰ ਜਹਾਜ਼ ਕਿਹਾ ਸੀ ਕਿਤੇ ਮੇਰੇ ਨਾਨੇ ਨੇ, ਪਰ ਅੱਜ ਮੈਂ ਤੈਨੂੰ ਕਹਿਣਾ ਹੈ ਕਿ ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਝਤਾ ਜਗ ਲੰਘਣ ਹਾਰਾ। ਕਿ ਸਤਿਗੁਰਾਂ ਨੇ ਕਿਹਾ ਕਿ ਭਾਈ ਤੂੰ ਜਹਾਜ਼ ਹੋਏਗਾ ਸਿੱਖੀ ਦਾ, ਤੇਰੇ ਜਿਹੜਾ ਤੇਰੇ ਕੋਲ ਆਵੇਗਾ ਉਹਦਾ ਵੀ ਕਲਿਆਣ ਹੋਵੇਗਾ, ਜਿਹੜਾ ਤੈਨੂੰ ਆ ਕੇ ਤੂੰ ਸਾਡਾ ਰੂਪ ਹੋ ਜਾਏਗਾ, ਜਿਹੜਾ ਤੇਰੇ ਕੋਲ ਆਏਗਾ ਉਹਦਾ ਵੀ ਕਲਿਆਣ ਹੋਵੇਗਾ, ਤੂੰ ਦੂਸਰਿਆਂ ਦੇ ਹਿਰਦੇ ਰੋਸ਼ਨ ਕਰੇਗਾ, ਤੈਨੂੰ ਸਿੱਖੀ ਸਿੱਧਕ ਪ੍ਰਾਪਤ ਹੋਏਗਾ। ਜਿਹੜੇ ਤੇਰੇ ਅੱਗੇ ਆ ਕੇ ਝੁਕਣਗੇ ਉਹ ਸਾਡੇ ਅੱਗੇ ਝੁਕਣਗੇ, ਜਾਂ ਤੈਨੂੰ ਸਿੱਖਾ ਸਿੱਖੀ ਬਖਸ਼ੀ। ਫਿਰ ਸਤਿਗੁਰਾਂ ਨੇ ਇਵੇਂ ਭਾਈ ਮੰਝ ਦੀ, ਭਾਈ ਪੁਰਾਣੇ ਦੀ ਤੇ ਭਾਈ ਪੁੰਨੂ ਦੀ ਕਲਿਆਣ ਕੀਤੀ। ਸਖੀ ਸਰਵਰੀਏ ਸਨ, ਭਾਵ ਕਬਰਾਂ ਨੂੰ ਮੰਨਣ ਵਾਲੇ। ਅੱਜ ਵੀ ਪੰਜਾਬ ਦੇ ਵਿੱਚ ਜਾਂ ਕਈ ਜਗ੍ਹਾ ਦੇ ਉੱਤੇ ਐਸੇ ਹਾਲਾਤ ਬਣੇ ਆ ਕਿ ਸਿੱਖ ਜਿਹੜੇ ਆ ਉਹ ਪੱਗਾਂ ਵਾਲੇ ਅੰਮ੍ਰਿਤਧਾਰੀ ਹੋ ਕੇ ਵੀ ਇਹੋ ਜਿਹੀਆਂ ਕਬਰਾਂ ਤੇ ਜਾ ਕੇ ਸੀਸ ਨਵਾਉਂਦੇ ਆ। ਪਰ ਗੱਲ ਯਾਦ ਰੱਖਣੀ ਚਾਹੀਦੀ ਹੈ ਜੋ ਸਤਿਗੁਰਾਂ ਨੇ ਕਹੀ ਹੈ ਕਿ ਭਾਈ ਸਿੱਖੀ ਉੱਤੇ ਸਿੱਖੀ ਕਦੀ ਨਹੀਂ ਟਿਕ ਸਕਦੀ। ਜੇ ਕੋਲ ਸਿੱਖੀ ਨਹੀਂ ਹੈ ਤੇ ਜੇ ਸਿੱਖੀ ਪਹਿਲੋਂ ਹੀ ਕਿਸੇ ਹੋਰ ਦੀ ਕਮਾ ਰਹੇ ਹੋ ਤੇ ਇਹ ਨਾ ਸਮਝੋ ਕਿ ਸਿੱਖੀ ਪ੍ਰਾਪਤ ਹੋ ਜਾਵੇਗੀ। ਗੁਰੂ ਨਾਨਕ ਦੀ ਸਿੱਖੀ ਵਾਸਤੇ ਇਹ ਬੜੀ ਭੀੜੀ ਗਲੀ ਹੈ, ਇਹ ਖੰਡੇ ਦੀ ਧਾਰ ਇਹਦੇ ਤੇ ਤੁਰਨਾ ਪਵੇਗਾ। ਚਿੰਤਾ ਝੋਰੇ ਸਾਰੇ ਸਿੱਖੀ ਕਮਾਉਣ ਦੇ ਨਾਲ ਖਤਮ ਹੋਣੇ ਆ। ਕਿਸੇ ਕਬਰ ਤੇ ਮੱਥਾ ਟੇਕਣ ਦੇ ਨਾਲ ਚਿੰਤਾ ਝੋਰੇ ਨਹੀਂ ਖਤਮ ਹੁੰਦੇ। ਜੇ ਆਪਣੇ ਜੀਵਨ 'ਚ ਖੁਸ਼ਹਾਲੀ, ਜੇ ਆਪਣੇ ਜੀਵਨ 'ਚ ਚੰਗਾ ਜੀਵਨ ਆਪਣਾ ਬਣਾਉਣਾ ਚਾਹੁੰਦੇ ਆ ਤੇ ਫਿਰ ਗੁਰੂ ਦੀ ਬਾਣੀ ਪੜ੍ਹਿਆ ਕਰੀਏ, ਸਿਮਰਨ ਕਰਿਆ ਕਰੀਏ, ਸੇਵਾ ਕਰਿਆ ਕਰੀਏ, ਫਿਰ ਚਿੰਤਾ ਝੋਰੇ ਸਾਰਾ ਕੁਝ ਖਤਮ ਹੋ ਜਾਵੇਗਾ। ਪਰ ਜੇ ਉਹੀ ਹਾਲਾਤ ਰਹੇ, ਕਬਰਾਂ ਨੂੰ ਪੂਜੀ ਗਏ, ਦੇਵੀਆਂ ਨੂੰ ਪੂਜੀ ਗਏ, ਪੱਥਰਾਂ ਅੱਗੇ ਸਿਰ ਨਵਾਈ ਗਏ, ਫਿਰ ਕਲਿਆਣ ਨਹੀਂ ਹੋਈ, ਫਿਰ ਕੁਛ ਨਹੀਂ ਪ੍ਰਾਪਤ ਹੋਣਾ। ਪ੍ਰਾਪਤੀ ਗੁਰੂ ਦਰ ਤੇ ਉਹਨੂੰ ਹੈ ਜਿਹੜਾ ਗੁਰੂ ਦੇ ਅੱਗੇ ਝੁਕ ਗਿਆ, ਜਿਹੜਾ ਗੁਰੂ ਦੀ ਬਾਣੀ ਪੜ੍ਹਨ ਲੱਗ ਪਿਆ, ਜਿਹਨੇ ਗੁਰੂ ਤੋਂ ਨਾਮ ਲੈ ਲਿਆ, ਉਹਦਾ ਕਲਿਆਣ ਹੈ। ਨਹੀਂ ਤੇ ਹੋਰ ਕਿਸੇ ਤਰ੍ਹਾਂ ਕਿਸੇ ਦਾ ਵੀ ਕਲਿਆਣ ਨਹੀਂ ਹੋ ਸਕਦਾ। ਸੋ ਇਸ ਤਰ੍ਹਾਂ ਇਹਨਾਂ ਸਿੱਖਾਂ ਦੀ ਕਲਿਆਣ ਹੋਈ ਹੈ। ਬਾਕੀ ਸਿੱਖਾਂ ਦਾ ਜੀਵਨ ਜਿਹੜਾ ਉਹ ਆਪਾਂ ਕੱਲ੍ਹ ਦੀ ਕਲਾਸ 'ਚ ਵਿਚਾਰਾਂਗੇ। ਸੋ ਮੈਂ ਆਪ ਜੀ ਦੇ ਜਿਹੜੇ ਆ ਮਾਈਕ ਔਨ ਕਰ ਦਿੱਤੇ ਆ।
जे आप जी का कोई सवाल है साध संगत, अपना माइक ऑन करके आप जी पूछ सकते हो, फिर आप जी समाप्ति करिए। हाँ जी भाई। वाहिगुरू। ठीक है साध संगत जी, आप सब संगत का बहुत बहुत धन्यवाद। इस तरह आप जी ने इन्होंने क्लासा में जुड़ते रहना, ਵੱਧ ਤੋਂ ਵੱਧ होर भी संगत जुड़े ताकि गुरसिੱਖੀ प्रपक्ष हो सके। समा हर किसी को ਹੁੰਦਾ है, पर उस समय ਨੂੰ ਵਰਤਣ ਦਾ ਤਰੀਕਾ ਸਾਡੇ ਕੋਲ ਹੋਣਾ ਚਾਹੀਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਖਾਲਸਾ, ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।